Hallelujah. God is good all the time. ਉਹਦੇ ਵਾਅਦੇ ਆ ਕਿ ਯੁਗਾਂ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਕਦੇ ਵੀ ਨਹੀਂ ਛੱਡਾਂਗਾ ਅਤੇ ਕਦੇ ਵੀ ਨਹੀਂ ਤਿਆਗਾਂਗਾ। ਐਂਡ ਅਸੀਂ ਵਚਨ ਦੇ ਵਿੱਚੋਂ ਸਿੱਖਦੇ ਪਏ ਹਾਂ ਕਿ ਪਰਮੇਸ਼ਵਰ ਦਾ ਹਰ ਇੱਕ ਵਾਅਦਾ ਸੱਚਾ, ਔਰ ਮਸੀਹ ਦੇ ਵਿੱਚ ਉਸਦੇ ਸਾਰੇ ਵਾਅਦੇ ਕੀ ਆ? ਸੱਚੇ ਆ, ਪੂਰੇ ਹੁੰਦੇ ਆ। ਔਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਸੀਰੀਜ਼ ਜਿਹੜੀ ਹੈਗੀ ਆ ਪ੍ਰੋਮਿਸ ਕੀਪਿੰਗ ਗॉड, ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਹਾਂ। ਪਿਛਲੇ ਹਫ਼ਤੇ ਪਾਸਟਰ ਜੌਨਸਨ ਨੇ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਅਬਰਾਹਮ ਦੇ ਨਾਲ ਪਰਮੇਸ਼ਵਰ ਨੇ ਵਾਅਦੇ ਕੀਤੇ ਪੂਰੇ। ਕਿਸ ਤਰ੍ਹਾਂ ਅਬਰਾਹਮ ਦੀ ਜ਼ਿੰਦਗੀ 'ਚ ਪ੍ਰਭੂ ਆਇਆ ਔਰ ਜੋ ਪ੍ਰੋਮਿਸਸ ਪ੍ਰਭੂ ਨੇ ਉਸ ਦੇ ਨਾਲ ਕੀਤੇ, ਅਸੀਂ ਦੇਖਿਆ ਕਿ ਕਿਸ ਤਰ੍ਹਾਂ ਉਸਨੇ ਉਹ ਸਾਰੇ ਪ੍ਰੋਮਿਸਸ ਜਿਹੜੇ ਹੈਗੇ ਆ ਪੂਰੇ ਕੀਤੇ। ਸੋ ਵੀ ਕੈਨ ਸੇ our God is a promise maker. Our God is a promise maker and promise keeper. He not only make promises, right? आपने देखा थी ना कि बहुत सारे लोग आ वादे करते आ, मैं ਇਹ ਕਰੂੰਗਾ, ਮੈਂ ਆਹ ਕਰੂੰਗੀ। ਨਵੇਂ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਬਣਾ ਲੈਂਦੇ ਆ ਰੈਜ਼ੋਲੂਸ਼ਨਸ ਕਿ ਵੀ ਇਸ ਸਾਲ ਹੁਣ ਮੈਂ ਐਕਸਰਸਾਈਜ਼ ਕਰਨੀ ਆ, ਅਤੇ 2 ਹਫ਼ਤਿਆਂ ਬਾਅਦ ਜਿਹੜਾ ਉਹ ਪ੍ਰੋਮਿਸਸ ਜਿਹੜਾ ਹੈਗਾ ਉਹ ਟੁੱਟ ਜਾਂਦਾ। ਪਰ ਸਾਡਾ ਪਰਮੇਸ਼ਵਰ ਜਿਹੜਾ ਹੈਗਾ ਹੀ ਇਜ਼ ਨਾਟ ਓਨਲੀ ਪ੍ਰੋਮਿਸ ਮੇਕਰ ਬਟ ਹੀ ਇਜ਼ ਪ੍ਰੋਮਿਸ ਕੀਪਰ, ਰਾਈਟ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪ੍ਰਭੂ ਦੇ ਦਾਸ ਯਕੂਬ ਦੇ ਬਾਰੇ ਸਿੱਖਾਂਗੇ। ਪਰਮੇਸ਼ਵਰ ਨੇ ਯਕੂਬ ਦੇ ਨਾਲ ਵਾਅਦੇ ਕੀਤੇ। ਸਾਰੇ ਜਾਣਦੇ ਯਕੂਬ ਦੇ ਬਾਰੇ? ਪਰਮੇਸ਼ਵਰ ਦੇ ਬਾਰੇ ਕੀ ਕਿਹਾ ਜਾਂਦਾ? ਅਬਰਾਹਮ, ਇਸਹਾਕ ਅਤੇ ਯਕੂਬ ਦਾ ਖੁਦਾ, ਰਾਈਟ। ਅਬਰਾਹਮ, ਇਸਹਾਕ ਅਤੇ ਯਕੂਬ ਦਾ ਪਰਮੇਸ਼ਵਰ, ਰਾਈਟ। ਸੋ ਯਕੂਬ ਦੇ ਬਾਰੇ ਮੋਸਟ ਆਫ ਯੂ ਤੁਸੀਂ ਸਟੋਰੀ ਦੇ ਵਿੱਚੋਂ ਸੁਣਿਆ ਹੋਣਾ। ਯਕੂਬ ਸ਼ਬਦ ਦਾ ਮਤਲਬ ਕੀ ਆ? ਧੋਖੇਬਾਜ਼, ਡਿਸੀਵਰ, ਰਾਈਟ। ਔਰ ਜਿਸ ਵੇਲੇ ਯਕੂਬ ਪੈਦਾ ਹੋਇਆ ਸੀਗਾ, ਤੁਹਾਨੂੰ ਪਤਾ ਕੀ ਹੋਇਆ ਸੀਗਾ? ਨਹੀਂ ਪਤਾ? ਜੈਨਸਿਸ ਚੈਪਟਰ 25 verse 22 and 23, ਉਤਪਤ ਉਸਦਾ 25ਵਾਂ ਭਾਵ ਉਸਦੀ 22 ਅਤੇ 23 ਆਇਤ ਸਾਡੇ ਨਾਲ ਸਿਸਟਰ ਬਬਲੀ ਵਚਨ ਪੜ੍ਹਨਗੇ। ਸੋਨੂੰ ਔਨ ਕਰ ਦਿਓ ਹੈਂਡ ਹੈਲਡ ਨੰਬਰ 9 and 10। ਹੈਲੋ ਯਾ। ਉਸ ਦੀ ਕੁੱਖ ਦੇ ਵਿੱਚ ਬੱਚੇ ਉਛਲ ਰਹੇ ਸਨ ਅਤੇ ਉਸਨੇ ਕਿਹਾ, ਇਸ ਤਰ੍ਹਾਂ ਕਿਉਂ? ਮੈਂ ਜਿਉਂਦੀ ਕਿਸ ਤਰ੍ਹਾਂ ਰਹਿ ਸਕਦੀ ਹਾਂ? ਇਸ ਲਈ ਉਹ ਪ੍ਰਭੂ ਦੇ ਕੋਲ ਜਾ ਕੇ ਇਸ ਬਾਰੇ ਪੁੱਛਣ ਲੱਗੀ। ਪ੍ਰਭੂ ਨੇ ਉਸ ਨੂੰ ਕਿਹਾ, ਤੇਰੀ ਕੁੱਖ ਵਿੱਚ 2 ਕੌਮਾਂ ਹਨ। ਉਹ ਦੋਵੇਂ ਕੌਮਾਂ ਦੇ ਲੋਕ ਇੱਕ ਦੂਜੇ ਦੇ ਵਿਰੁੱਧ ਹੋਣਗੇ, ਇੱਕ ਦੂਜੇ ਤੋਂ ਤਕੜੇ ਹੋਣਗੇ, ਪਰ ਵੱਡਾ ਛੋਟੇ ਦੀ ਸੇਵਾ ਕਰੇਗਾ। ਹੁੰਦਾ ਕੀ ਆ? ਯੂਜ਼ਲੀ ਛੋਟਾ ਵੱਡੇ ਦੀ ਸੇਵਾ ਕਰਦਾ। ਪ੍ਰਭੂ ਨੇ ਬੱਚੇ ਮਾਂ ਦੀ ਕੁੱਖ ਦੇ ਵਿੱਚ ਆ, ਰਿਬਕਾ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਤੇਰੀ ਕੁੱਖ ਦੇ ਵਿੱਚ ਕੀ ਆ? 2 ਵੱਡੀਆਂ ਕੌਮਾਂ ਹੈਗੀਆਂ, ਰਾਈਟ। ਔਰ ਇੱਕ ਦੂਸਰੇ ਦੇ ਵਿਰੁੱਧ ਹੋਣਗੀਆਂ, ਪਰ ਜਿਹੜਾ ਵੱਡਾ ਹੈਗਾ ਉਹ ਛੋਟੇ ਦੀ ਸੇਵਾ ਕਰੂਗਾ। ਔਰ ਜਿਸ ਵੇਲੇ ਇਹਨਾਂ ਦਾ ਜਨਮ ਹੋਇਆ ਅਤੇ ਅਸਾਓ ਦੀ ਅੱਡੀ ਫੜ ਕੇ ਜਿਹੜਾ ਸੀ ਯਕੂਬ ਉਹ ਬਾਹਰ ਆਇਆ। ਅੱਡੀ ਫੜਨ ਦਾ ਮਤਲਬ ਪਤਾ ਕੀ ਹੁੰਦਾ? ਪਿੱਛੇ ਪੈਰ ਫੜ ਕੇ ਥੱਲੇ ਖਿੱਚ ਲੈਣਾ ਅਤੇ ਆਪ ਅੱਗੇ ਆਉਣਾ ਹੈ। ਕਿਉਂਕਿ ਜਿਹੜਾ ਖੁਦਾ ਹੈਗਾ, ਖੁਦਾ ਨੇ ਅਬਰਾਹਮ ਨੂੰ ਜਦੋਂ ਪ੍ਰੋਮਿਸ ਕੀਤਾ ਸੀ ਸੰਤਾਨ ਦਾ, ਤਾਂ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੇਰੀ ਸੰਤਾਨ 400 ਸਾਲ ਗੁਲਾਮੀ ਦੇ ਵਿੱਚ ਰਹੂਗੀ। ਪਰਮੇਸ਼ਵਰ ਵਾਅਦੇ ਹੀ ਨਹੀਂ ਕਰਦਾ। ਪਰਮੇਸ਼ਵਰ ਜਿਹੜਾ ਹੈਗਾ ਉਹ ਫਿਊਚਰ ਨੂੰ ਵੀ ਜਾਣਦਾ। ਪਰਮੇਸ਼ਵਰ ਨੂੰ ਪਤਾ ਸੀਗਾ। ਔਰ ਇਸ ਦੇ ਵਿੱਚੋਂ ਅਸੀਂ ਇੱਕ ਹੋਰ ਵੀ ਵੱਡਾ ਲੈਸਨ ਸਿੱਖਾਂਗੇ ਕਿ ਅਸਾਓ ਔਰ ਯਕੂਬ ਕਿਸ ਚੀਜ਼ ਨੂੰ ਰੀਪ੍ਰਜੈਂਟ ਕਰਦੇ ਆ। ਵੱਡਾ ਛੋਟਾ ਜਿਹੜਾ ਹੈਗਾ ਉਹ ਕਿਸ ਚੀਜ਼ ਨੂੰ ਰੀਪ੍ਰਜੈਂਟ ਕਰਦੇ ਹੈਗੇ ਆ। ਸੋ ਅਸੀਂ ਵਚਨ ਦੇ ਵਿੱਚੋਂ ਅਸੀਂ ਇਹ ਅੱਜ ਸਿੱਖਾਂਗੇ
ਕਿ ਪਰਮੇਸ਼ਵਰ ਨੇ ਜਿਹੜਾ ਯਾਕੂਬ ਦੇ ਨਾਲ ਜਿਹੜੇ ਵਾਅਦੇ ਕੀਤੇ ਆ, ਉਹ ਅਸੀਂ ਜੈਨਸਿਸ ਉਸਦਾ 28ਵਾਂ ਭਾਵ, ਜੈਨਸਿਸ ਚੈਪਟਰ 28 ਵਰਸ 10 to 15 ਦੇ ਵਿੱਚ 5 ਪ੍ਰੋਮਿਸਿਸ ਆਫ ਗਾਡ ਜਿਹੜੇ ਆ, ਪਰਮੇਸ਼ਵਰ ਨੇ 5 ਪ੍ਰੋਮਿਸ ਜਿਹੜੇ ਯਾਕੂਬ ਦੇ ਨਾਲ ਕੀਤੇ, ਅਸੀਂ ਉਹਨਾਂ ਦੇ ਬਾਰੇ ਸਿੱਖਾਂਗੇ। ਜੈਨਸਿਸ ਚੈਪਟਰ 28 ਵਰਸ 10 to 15। ਯਾਕੂਬ ਬੇਸਰਾ ਤੋਂ ਹਰਾਨ ਦੇ ਇਲਾਕੇ ਵੱਲ ਗਿਆ। ਸਫ਼ਰ ਕਰਦੇ ਸਮੇਂ ਉਹ ਰਾਹ ਵਿੱਚ ਇੱਕ ਥਾਂ 'ਤੇ ਰਾਤ ਕੱਟਣ ਦੇ ਲਈ ਠਹਿਰ ਗਿਆ। ਉਹ ਇੱਕ ਪੱਥਰ ਦੇ ਸਿਰਹਾਣੇ ਰੱਖ ਕੇ ਸੋ ਗਿਆ। ਉੱਥੇ ਸੁੱਤੇ ਪਿਆਂ ਉਸਨੇ ਇੱਕ ਸੁਪਨਾ ਦੇਖਿਆ ਕਿ ਇੱਕ ਪੌੜੀ ਧਰਤੀ ਤੋਂ ਆਕਾਸ਼ ਤੱਕ ਖੜੀ ਹੈ ਅਤੇ ਉਸ ਰਾਹੀਂ ਸਵਰਗਦੂਤ ਹੇਠਾਂ ਉੱਪਰ ਜਾ ਰਹੇ ਸਨ। ਉਸਦੇ ਉੱਪਰਲੇ ਸਿਰੇ 'ਤੇ ਪ੍ਰਭੂ ਖੜਾ ਹੈ ਅਤੇ ਉਸ ਨੂੰ ਕਹਿ ਰਿਹਾ ਹੈ, ਮੈਂ ਤੇਰੇ ਪੁਰਖਿਆਂ ਅਬਰਾਹਮ ਅਤੇ ਇਸਹਾਕ ਦਾ ਪ੍ਰਭੂ ਪਰਮੇਸ਼ਵਰ ਹਾਂ। ਮੈਂ ਇਹ ਸਭ ਧਰਤੀ ਜਿਸ 'ਤੇ ਤੂੰ ਲੰਮਾ ਪਿਆ ਹਾਂ ਤੈਨੂੰ ਅਤੇ ਤੇਰੀ ਸੰਤਾਨ ਨੂੰ ਦੇਵਾਂਗਾ। ਤੇਰੇ ਵੰਸ਼ ਦੀ ਗਿਣਤੀ ਧਰਤੀ ਦੀ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ। ਉਹ ਧਰਤੀ ਦਾ ਹਰ ਦਿਸ਼ਾ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਫੈਲ ਜਾਵੇਗਾ। ਤੇਰੇ ਅਤੇ ਤੇਰੇ ਵੰਸ਼ ਦੁਆਰਾ ਧਰਤੀ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ। ਮੈਂ ਤੇਰੇ ਸੰਗ ਹਾਂ। ਜਿੱਥੇ ਵੀ ਤੂੰ ਜਾਵੇਂਗਾ ਮੈਂ ਤੈਨੂੰ ਇਸ ਧਰਤੀ 'ਤੇ ਫਿਰ ਵਾਪਸ ਲਿਆਵਾਂਗਾ। ਮੈਂ ਤੈਨੂੰ ਉਸ ਸਮੇਂ ਤੱਕ ਨਹੀਂ ਛੱਡਾਂਗਾ ਜਦੋਂ ਤੱਕ ਇਹ ਸਭ ਪੂਰਾ ਨਾ ਕਰ ਦੇਵਾਂ ਜੋ ਮੈਂ ਤੈਨੂੰ ਕਿਹਾ ਹੈ। ਥੈਂਕ ਯੂ ਲਾਰਡ। ਹਾਲੇਲੂਇਆ। ਸੋ ਪਰਮੇਸ਼ਵਰ ਦੇ ਵਚਨ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਬਹੁਤ ਜ਼ਰੂਰੀ ਆ। ਜਿਸ ਵੇਲੇ ਅਸੀਂ ਵਚਨ ਨੂੰ ਪੜ੍ਹਦੇ ਹਾਂ, ਅਸੀਂ ਜਾਣਦੇ ਹਾਂ ਕਿ ਵਰਸ ਚੈਪਟਰ 25 ਦੇ ਵਿੱਚ ਪ੍ਰਭੂ ਨੇ ਰਿਬਕਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਜਿਹੜਾ ਵੱਡਾ ਹੈਗਾ ਉਹ ਛੋਟੇ ਦੀ ਸੇਵਾ ਕਰੂਗਾ। ਔਰ ਇੱਥੇ ਪ੍ਰਭੂ ਯਾਕੂਬ ਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਕੇ ਕਹਿ ਰਿਹਾ ਹੈ, ਜਿਹੜਾ ਬਹੇਰ ਸਭਾ ਹੈਗਾ ਇਹ ਸਾਊਥ ਆਫ ਯਰੂਸ਼ਲਮ ਆ, ਅਤੇ ਇਹਨੇ ਜਾਣਾ ਸੀ ਹਰਾਨ ਨੂੰ। ਔਰ ਬੈਤਲਹੈਮ ਦੇ ਕੋਲੇ ਜਾ ਕੇ ਜਿਹੜਾ ਨਾ ਇਸ ਨੂੰ ਜਦੋਂ ਇਹ ਟਾਇਰਡ ਹੋਇਆ, ਹਨੇਰਾ ਹੋ ਗਿਆ, ਅਤੇ ਉੱਥੇ ਜਾ ਕੇ ਜਦੋਂ ਇਹ ਸੁੱਤਾ ਤਾਂ ਸੁਪਨੇ ਦੇ ਵਿੱਚ ਪ੍ਰਭੂ ਨੇ ਇਸ ਨੂੰ ਦਿਖਾਇਆ ਕਿ ਫਿਊਚਰ ਦੇ ਵਿੱਚ ਕਿਸ ਤਰੀਕੇ ਨਾਲ ਪਰਮੇਸ਼ਵਰ ਦੀ ਕਿਰਪਾ ਬੈਤਲਹੈਮ ਦੇ ਵਿੱਚ ਜ਼ਾਹਰ ਹੋਣੀ ਆ ਔਰ ਉਸ ਦੇ ਰਾਹੀਂ ਕਿਸ ਤਰ੍ਹਾਂ ਬਲੈਸਿੰਗ ਮਿਲਣੀ ਆ। ਸੋ 5 ਵਾਅਦੇ ਜਿਹੜੇ ਪਰਮੇਸ਼ਵਰ ਨੇ ਅਸੀਂ ਇਹਨਾਂ 3 ਆਇਤਾਂ ਵਿੱਚ ਦੇਖਦੇ ਹਾਂ। ਪਹਿਲੀ ਚੀਜ਼ ਵਰਸ 13 ਦੇ ਵਿੱਚ ਪ੍ਰਭੂ ਨੇ ਕਹੀ, ਆਈ ਵਿਲ ਗਿਵ ਯੂ ਦੀ ਲੈਂਡ ਆਫ ਪ੍ਰੋਮਿਸ। ਮੈਂ ਤੈਨੂੰ ਕੀ ਆ, ਉਹ ਧਰਤੀ ਦੇਵਾਂਗਾ ਜਿਸ 'ਤੇ ਤੂੰ ਲੰਮਾ ਪਿਆ ਹੈ ਨਾ। ਇਹ ਸਭ ਤੈਨੂੰ ਤੇ ਤੇਰੀ ਸੰਤਾਨ ਨੂੰ ਦੇਵਾਂਗਾ, ਹੈ ਨਾ। ਫਿਰ ਵਰਸ 14 ਦੇ ਵਿੱਚ ਉਸਨੇ ਪ੍ਰਭੂ ਨੇ ਕੀ ਪ੍ਰੋਮਿਸ ਕੀਤਾ, ਤੇਰੇ ਵੰਸ਼ ਦੀ ਗਿਣਤੀ ਧਰਤੀ ਦੇ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ। ਤੇਰੇ ਅਤੇ ਤੇਰੇ ਵੰਸ਼ ਦੁਆਰਾ ਧਰਤੀ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ। ਰਾਈਟ। ਔਰ ਫਿਰ ਤੀਸਰਾ ਜਿਹੜਾ ਪ੍ਰੋਮਿਸ ਪ੍ਰਭੂ ਨੇ ਕੀਤਾ, ਪ੍ਰਭੂ ਕਹਿੰਦਾ ਕੀਪ ਯੂ ਵੇਅਰ ਐਵਰ ਯੂ ਗੋ। ਪ੍ਰਭੂ ਕਹਿੰਦਾ ਮੈਂ ਤੇਰੇ ਸੰਗ ਹਾਂ, ਜਿੱਥੇ ਵੀ ਤੂੰ ਜਾਵੇਂਗਾ ਮੈਂ ਤੇਰੇ ਸੰਗ ਹਾਂ। ਰਾਈਟ। ਤੁਸੀਂ ਦੇਖੋ ਯਾਕੂਬ ਨੇ ਆਪਣੇ ਦਾਦੇ ਦੇ ਨਾਲ ਪਰਮੇਸ਼ਵਰ ਨੂੰ ਵਾਕ ਕਰਦਿਆਂ ਦੇਖਿਆ, ਆਪਣੇ ਪਿਓ ਦੇ ਨਾਲ ਪਰਮੇਸ਼ਵਰ ਨੂੰ ਵਾਕ ਕਰਦਿਆਂ ਦੇਖਿਆ। ਇਸਹਾਕ ਵੀ ਜਿੱਥੇ ਜਿੱਥੇ ਗਿਆ, ਇਸਹਾਕ ਦੇ ਕਰਕੇ ਜਿੱਥੇ ਗਿਆ ਉੱਥੇ ਬਰਕਤ ਆਈ। ਅਬਰਾਹਮ ਜਿੱਥੇ ਗਿਆ ਉੱਥੇ ਬਰਕਤ ਆਈ। ਔਰ ਯਾਕੂਬ ਨੂੰ ਇਸ ਚੀਜ਼ ਦਾ ਪੱਕਾ ਪਤਾ ਕਿ ਪਰਮੇਸ਼ਵਰ ਇਹ ਕਹਿ ਰਿਹਾ ਕਿ ਮੈਂ ਤੇਰੇ ਸੰਗ ਹੋਵਾਂਗਾ, ਹੈ ਨਾ। ਤੇਰੇ ਦੁਆਰਾ ਧਰਤੀ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ। ਫਿਰ ਚੌਥਾ ਪ੍ਰੋਮਿਸ ਅਸੀਂ 15ਵੀਂ ਆਇਤ ਵਿੱਚ ਦੇਖਦੇ ਹਾਂ। ਪ੍ਰਭੂ ਕਹਿੰਦਾ ਮੈਂ ਤੈਨੂੰ ਇਸ ਧਰਤੀ ਉੱਤੇ ਫਿਰ ਵਾਪਸ ਲਿਆਵਾਂਗਾ, ਹੈ ਨਾ। ਜਿਸ ਧਰਤੀ 'ਤੇ ਉਹ ਮਿਡਲ ਦੇ ਵਿੱਚ ਸੀਗਾ, ਉਹ ਨਾਰਥ ਨੂੰ ਜਾ ਰਿਹਾ। ਔਰ ਪ੍ਰਭੂ ਕਹਿੰਦਾ ਤੂੰ ਡੋਂਟ ਵਰੀ, ਮੈਂ ਤੈਨੂੰ ਉੱਥੇ ਘੱਲ ਰਿਹਾ, ਪਰ ਮੈਂ ਤੈਨੂੰ ਵਾਪਸ ਵੀ ਲੈ ਕੇ ਆਵਾਂਗਾ। ਇਹ ਧਰਤੀ ਦਾ ਪ੍ਰੋਮਿਸ ਮੈਂ ਤੇਰੇ ਪੁਰਖੇ ਦਾਦੇ ਨਾਲ, ਤੇਰੇ ਪਿਓ ਦੇ ਨਾਲ ਕੀਤਾ, ਮੈਂ ਤੈਨੂੰ ਇਸ ਧਰਤੀ 'ਤੇ ਵਾਪਸ ਲੈ ਕੇ ਆਵਾਂਗਾ। ਔਰ ਫਿਰ ਪੰਜਵਾਂ ਪ੍ਰੋਮਿਸ ਹੈਗਾ, ਪ੍ਰਭੂ ਕਹਿੰਦਾ ਆਈ ਵਿਲ ਨਾਟ ਲੀਵ ਯੂ ਅੰਟਿਲ ਆਈ ਹੈਵ ਫੁਲਫਿਲਡ ਮਾਈ ਓਬਲੀਗੇਸ਼ਨ ਟੂ ਯੂ। ਮੈਂ ਤੈਨੂੰ ਉਸ ਸਮੇਂ ਤੱਕ ਨਹੀਂ ਛੱਡਾਂਗਾ ਜਦੋਂ ਤੱਕ ਕਿ ਮੈਂ ਇਹ ਸਭ ਪੂਰਾ ਨਾ ਕਰ ਦੇਵਾਂ ਜੋ ਮੈਂ ਤੈਨੂੰ ਕਿਹਾ ਹੈ।
ਐਂਡ ਮੈਂ ਦੇਖਦਾ ਪ੍ਰਭੂ ਦੇ ਬੱਚੇ, ਅਸੀਂ ਵੀ ਜਦੋਂ ਪ੍ਰਭੂ ਦੇ ਕੋਲੇ ਆਏ ਆ ਨਾ, ਤਾਂ ਤੁਸੀਂ ਦੇਖਿਆ ਹੋਊਗਾ ਕਿ ਜਿਸ ਵੇਲੇ ਇੱਕ ਇਨਸਾਨ ਪ੍ਰਭੂ ਦੇ ਕੋਲੇ ਆਉਂਦਾ, ਪਵਿੱਤਰ ਆਤਮਾ ਦੇ ਰਾਹੀਂ ਪਰਮੇਸ਼ਵਰ ਤੁਹਾਡੇ 'ਤੇ ਕੁਛ ਰਿਵੀਲ ਕਰਦਾ, ਔਰ ਤੁਸੀਂ ਆਪਣੀਆਂ ਨੋਟਬੁੱਕਸ ਦੇ ਵਿੱਚ ਲਿਖ ਲੈਂਦੇ ਆ ਕਿ 2005 ਦੇ ਵਿੱਚ ਪ੍ਰਭੂ ਨੇ ਮੈਨੂੰ ਆਹ ਚੀਜ਼ ਦਿਖਾਈ ਸੀ, 2004 ਦੇ ਵਿੱਚ, 3 ਦੇ ਵਿੱਚ, 1 ਦੇ ਵਿੱਚ ਮੈਨੂੰ ਇਹ ਚੀਜ਼ ਦਿਖਾਈ ਸੀ, ਔਰ ਅੱਗੇ ਜਾ ਕੇ ਤੁਸੀਂ ਉਸ ਨੂੰ ਪੂਰਿਆਂ ਹੁੰਦੀ ਦੇਖਦੇ ਆ, ਕਿਉਂਕਿ ਪਰਮੇਸ਼ਵਰ ਸਾਡਾ ਵਾਅਦੇ ਕਰਨ ਵਾਲਾ ਨਹੀਂ, ਬਲਕਿ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ। ਸੋ ਅਸੀਂ ਪਹਿਲਾ ਪ੍ਰੋਮਿਸ ਦੇਖਦੇ ਹਾਂ, ਪਰਮੇਸ਼ਵਰ ਕਹਿੰਦਾ ਆਈ ਵਿਲ ਗਿਵ ਯੂ ਦੀ ਲੈਂਡ, ਜਿਹੜੀ ਮੈਂ ਤੈਨੂੰ ਇਹ ਧਰਤੀ ਦੇਵਾਂਗਾ, ਸਾਰੀ ਧਰਤੀ ਜੋ ਮੈਂ ਤੇਰੇ ਨਾਲ ਪ੍ਰੋਮਿਸ ਕੀਤਾ। ਔਰ ਇਸ ਵੇਲੇ ਯਾਕੂਬ ਦੀ ਸਿਚੁਏਸ਼ਨ ਤੁਹਾਨੂੰ ਪਤਾ ਕੀ ਆ? ਉਹ ਆਪਣੀ ਜਾਨ ਨੂੰ ਬਚਾਉਂਦਾ ਹੋਇਆ ਆਪਣੇ ਭਰਾ ਤੋਂ ਭੱਜਦਾ ਪਿਆ, ਤੇ ਪਰਮੇਸ਼ਵਰ ਉਸ ਨੂੰ ਕਹਿ ਰਿਹਾ ਕਿ ਤੂੰ ਫਿਕਰ ਨਾ ਕਰ, ਤੈਨੂੰ ਮੈਂ ਇਸ ਧਰਤੀ ਤੋਂ ਘੱਲ ਜ਼ਰੂਰ ਰਿਹਾ, ਪਰ ਮੈਂ ਤੈਨੂੰ ਇਸ ਧਰਤੀ 'ਤੇ ਵਾਪਸ ਲਿਆਵਾਂਗਾ, ਇਹ ਸਾਰੀ ਧਰਤੀ ਮੈਂ ਤੈਨੂੰ ਦੇਵਾਂਗਾ। ਯਹੋਸ਼ੂਆ ਚੈਪਟਰ 21 ਵਰਸ 43 to 45 ਮੈਂ ਪੜ੍ਹਦਾ ਤੁਹਾਡੇ ਨਾਲ। ਯਹੋਸ਼ੂਆ ਚੈਪਟਰ 21 ਵਰਸ 43 to 45, ਪੰਜਾਬੀ ਦੀ ਬਾਈਬਲ ਵਿੱਚ ਪੇਜ 337, ਅਗਰ ਤੁਸੀਂ ਪੇਜ ਦੇਖਦੇ ਪਏ, ਪੇਜ 337। ਸੋ ਪ੍ਰਭੂ ਨੇ ਇਜ਼ਰਾਈਲੀ ਲੋਕਾਂ ਨੂੰ ਉਹ ਸਭ ਧਰਤੀ ਦਿੱਤੀ ਜਿਸ ਦੇ ਦੇਣ ਦੀ ਪ੍ਰਤਿੱਗਿਆ ਉਸਨੇ ਉਹਨਾਂ ਦੇ ਪੁਰਖਿਆਂ ਦੇ ਨਾਲ ਕੀਤੀ ਸੀ। ਇਜ਼ਰਾਈਲੀ ਲੋਕ ਆਪਣੇ ਅਧਿਕਾਰ ਵਿੱਚ ਕਰਕੇ ਉਸ ਉੱਤੇ ਵਸ ਗਏ। ਪ੍ਰਭੂ ਨੇ ਆਪਣੀ ਪ੍ਰਤਿੱਗਿਆ ਅਨੁਸਾਰ, ਵਚਨ 'ਚ ਕੀ ਲਿਖਿਆ? ਪ੍ਰਭੂ ਨੇ ਆਪਣੀ ਪ੍ਰਤਿੱਗਿਆ ਅਨੁਸਾਰ ਉਹਨਾਂ ਨੂੰ ਸ਼ਾਂਤੀ ਦਿੱਤੀ ਸੀ। ਉਹਨਾਂ ਦੇ ਸਾਹਮਣੇ ਉਹਨਾਂ ਦਾ ਕੋਈ ਵੈਰੀ ਵੀ ਠਹਿਰ ਨਹੀਂ ਸਕਿਆ, ਸਗੋਂ ਪ੍ਰਭੂ ਨੇ ਉਹਨਾਂ ਦੇ ਸਭ ਵੈਰੀਆਂ ਨੂੰ ਉਹਨਾਂ ਦੇ ਹੱਥੀਂ ਸੌਂਪ ਦਿੱਤਾ ਸੀ। ਇਸ ਤਰ੍ਹਾਂ ਪ੍ਰਭੂ ਨੇ ਉਹਨਾਂ ਨਾਲ ਕੀਤੀ ਆਪਣੀ ਹਰ ਪ੍ਰਤਿੱਗਿਆ ਦੀ ਹਰ ਗੱਲ ਨੂੰ ਪੂਰਾ ਕੀਤਾ ਸੀ। ਤੁਹਾਨੂੰ ਯਾਦ ਆ ਜਿਸ ਵੇਲੇ ਭੇਦੀਏ ਇਕੱਲੇ ਸੀਗੇ ਔਰ ਉਹ ਲੋਕਾਂ ਨੂੰ ਦੇਖ ਕੇ ਡਰ ਗਏ ਸੀਗੇ ਕਿ ਏਡੇ ਏਡੇ ਵੱਡੇ ਲੋਕ ਆ, ਇਹ ਤਾਂ ਸਾਨੂੰ ਮਾਰ ਦੇਣਗੇ, ਪਰ ਪ੍ਰਭੂ ਨੇ ਯਰੀਹੋ ਦੀਆਂ ਕੰਧਾਂ ਸੁੱਟ ਦਿੱਤੀਆਂ। ਪ੍ਰਭੂ ਨੇ ਆਪਣੇ ਲੋਕਾਂ ਨੂੰ ਜਿੱਤ ਦਿੱਤੀ। ਪ੍ਰਭੂ ਦੇ ਲੋਕਾਂ ਦੇ ਵਿੱਚ ਕੋਈ ਤਾਕਤ ਨਹੀਂ ਸੀ, ਇਹ ਪਰਮੇਸ਼ਵਰ ਦਾ ਵਾਅਦਾ ਸੀ ਉਹਨਾਂ ਦੇ ਨਾਲ, ਜੋ ਉਸਨੇ ਉਹ ਵਾਅਦਾ ਪੂਰਾ ਕੀਤਾ ਔਰ ਆਪਣੇ ਲੋਕਾਂ ਨੂੰ ਉਹ ਧਰਤੀ ਦਿੱਤੀ। ਔਰ ਬਾਅਦ ਵਿੱਚ ਅਸੀਂ ਦੇਖਦੇ ਹਾਂ ਯਹੋਸ਼ੂਆ ਦੇ ਵਿੱਚ ਕਿ ਉਹ ਸਾਰੀ ਧਰਤੀ ਕਿਸ ਤਰ੍ਹਾਂ ਜਿਹੜਾ ਹੈਗਾ ਯਹੋਸ਼ੂਆ ਲੋਕਾਂ ਦੇ ਵਿੱਚ, ਪ੍ਰਭੂ ਇਹਦੇ 12 ਕਬੀਲਿਆਂ ਦੇ ਵਿੱਚ ਜਿਹੜੀ ਉਹ ਧਰਤੀ ਵੰਡਦਾ ਪਿਆ। ਸਾਰੀ ਧਰਤੀ ਜੋ ਪਰਮੇਸ਼ਵਰ ਨੇ ਪ੍ਰੋਮਿਸ ਕੀਤਾ ਸੀ, ਉਹ ਯਾਕੂਬ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੇ ਪੂਰਾ ਕੀਤਾ। ਔਰ ਦੂਸਰੀ ਅਸੀਂ ਜਿਹੜੀ ਪ੍ਰੋਮਿਸ ਦੇਖਦੇ ਸੀ, ਤੇਰੇ ਵੰਸ਼ ਦੀ ਗਿਣਤੀ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ, ਤੇਰੇ ਅਤੇ ਤੇਰੇ ਵੰਸ਼ ਦੇ ਦੁਆਰਾ ਧਰਤੀ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ। ਅਗਰ ਤੁਸੀਂ ਉਤਪਤ ਦੀ ਪੋਥੀ ਉਸਦਾ 46ਵਾਂ ਚੈਪਟਰ ਉਸਦੀ 27 ਆਇਤ ਦੇਖੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿਸ ਵੇਲੇ ਪਰਮੇਸ਼ਵਰ ਯਾਕੂਬ ਨੂੰ ਵਾਪਸ ਬੈਤਲਹੈਮ ਤੋਂ ਮਿਸਰ ਦੇ ਵਿੱਚ ਲੈ ਕੇ ਗਿਆ, ਜਿਸ ਵੇਲੇ ਯੂਸਫ ਉਸ ਨੂੰ ਮਿਲ ਗਿਆ, ਜੈਨਸਿਸ ਚੈਪਟਰ 46 ਵਰਸ 27, ਯੂਸਫ ਦੇ ਪੁੱਤਰ ਪਹਿਲਾਂ ਹੀ ਮਿਸਰ ਵਿੱਚ ਸਨ, ਜਿਨ੍ਹਾਂ ਨੂੰ ਮਿਲਾ ਕੇ ਯਾਕੂਬ ਦੇ ਟੱਬਰ ਦੀ ਕੁੱਲ ਗਿਣਤੀ 70 ਸੀ ਜੋ ਮਿਸਰ ਵਿੱਚ ਪਹੁੰਚੀ। 70 ਲੋਕ ਮਿਸਰ ਦੇ ਵਿੱਚ ਯੂਸਫ ਦੇ ਬੱਚਿਆਂ ਨੂੰ ਮਿਲਾ ਕੇ 70 ਲੋਕ ਜਿਹੜੇ ਸੀਗੇ ਉਹ ਪਹੁੰਚੇ। ਔਰ ਅਗਰ ਤੁਸੀਂ ਕੂਚ ਉਸਦਾ 12ਵਾਂ ਭਾਗ ਐਕਸੀਡਸ ਚੈਪਟਰ 12 ਵਰਸ 37 ਦੇਖੋ, ਕੂਚ 12 ਵਰਸ 37। ਸੋ ਇਜ਼ਰਾਈਲੀਆਂ ਨੇ ਰਾਮਸ਼ੇਸ਼ ਨਗਰ ਤੋਂ ਸਕੋਥ ਦੇ ਇਲਾਕੇ ਵੱਲ ਕੂਚ ਕੀਤਾ। ਸਭ ਇਜ਼ਰਾਈਲੀ ਆਦਮੀਆਂ ਦੀ ਗਿਣਤੀ ਕੋਈ 6 ਲੱਖ ਸੀ। ਇਸ ਵਿੱਚ ਬੱਚੇ ਤੇ ਔਰਤਾਂ ਦੀ ਗਿਣਤੀ ਨਹੀਂ ਸੀ। ਅਬਰਾਹਮ ਦੀ ਉਮਰ ਕੀ ਸੀ ਜਿਸ ਵੇਲੇ ਪ੍ਰਭੂ ਨੇ ਪ੍ਰੋਮਿਸ ਕੀਤਾ ਸੀ? 75 ਸਾਲ ਦੀ ਉਮਰ। ਉਸਦੇ ਕੋਲੇ ਕੋਈ ਸੰਤਾਨ ਨਹੀਂ ਸੀ। ਉਸ ਨੂੰ ਕੋਈ ਉਮੀਦ ਨਹੀਂ ਸੀ ਕਿ ਉਸ ਨੂੰ ਸੰਤਾਨ ਹੋਊਗੀ।
ਉਸ ਨੂੰ ਇਸਹਾਕ ਬਖਸ਼ਿਆ। ਇਸਹਾਕ ਨੂੰ ਯਕੂਬ ਤੇ ਈਸਾਓ ਬਖਸ਼ੇ। ਯਕੂਬ ਨੂੰ 12 ਬੱਚੇ ਬਖਸ਼ੇ। ਔਰ ਉਹਨਾਂ 12 ਦੇ ਰਾਹੀਂ 70 ਲੋਕ ਗਏ ਸੀ। ਕਿੰਨੇ ਵਾਪਸ ਆ ਰਹੇ ਆ? 6 ਲੱਖ ਲੋਕ ਆ ਰਹੇ ਆ, ਜਿਨ੍ਹਾਂ ਦੇ ਵਿੱਚ ਔਰਤਾਂ ਤੇ ਬੰਦਿਆਂ ਦੀ ਗਿਣਤੀ, ਔਰਤਾਂ ਤੇ ਬੱਚਿਆਂ ਦੀ ਗਿਣਤੀ ਨਹੀਂ ਸੀਗੀ। ਪਰਮੇਸ਼ਵਰ ਦੀਆਂ ਯੋਜਨਾਵਾਂ, ਪਰਮੇਸ਼ਵਰ ਇਹਨਾਂ ਨੂੰ ਉੱਥੇ ਵੀ ਵਧਾ ਸਕਦਾ ਸੀ। ਪਰਮੇਸ਼ਵਰ ਨੇ ਇਸਹਾਕ ਨੂੰ ਮਿਸਰ ਵਿੱਚ ਜਾਣ ਤੋਂ ਮਨਾ ਕੀਤਾ, ਪਰ ਪਰਮੇਸ਼ਵਰ ਨੇ ਯਕੂਬ ਨੂੰ ਕਿਹਾ ਕਿ ਤੂੰ ਡਰ ਨਾ, ਤੂੰ ਮਿਸਰ ਵਿੱਚ ਜਾ, ਮੈਂ ਤੇਰੇ ਨਾਲ ਹੋਵਾਂਗਾ। ਔਰ ਪਰਮੇਸ਼ਵਰ ਉਸ ਦੇ ਨਾਲ ਹੋਇਆ। ਔਰ 6 ਲੱਖ ਜਿਹੜੇ ਸੀਗੇ ਲੋਕ ਜਿਹੜੇ ਸੀਗੇ ਇਹ ਉੱਥੇ ਹੋਏ। ਐਂਡ ਕੂਚ ਦਾ 12ਵਾਂ ਭਾਵ ਉਸ ਦੀ 40 ਆਇਤ ਵਿੱਚ ਲਿਖਿਆ ਕਿ ਇਜ਼ਰਾਈਲੀ ਮਿਸਰ ਵਿੱਚ 430 ਸਾਲ ਰਹੇ। ਸੋ 430 ਸਾਲਾਂ ਦੇ ਵਿੱਚ ਪਰਮੇਸ਼ਵਰ ਨੇ ਜਾ ਕੇ 70 ਬੰਦਿਆਂ ਤੋਂ 6 ਲੱਖ ਬਣਾ ਦਿੱਤੇ। ਕੈਨ ਯੂ ਰਿਮੈਂਬਰ, ਸਾਡੀ ਫੈਮਿਲੀ 'ਚੋਂ ਇੱਕ ਬੰਦਾ ਪ੍ਰਭੂ ਦੇ ਵਿੱਚ ਆਇਆ, ਔਰ ਕੀ ਉਹ ਇੱਕ ਹੀ ਰਿਹਾ? ਪ੍ਰਭੂ ਨੇ ਕਿਹਾ ਤੂੰ ਵਿਸ਼ਵਾਸ ਕਰ, ਮੈਂ ਤੇਰਾ ਘਰਾਨਾ ਬਚਾਊਂਗਾ। ਔਰ ਇਹ ਮੈਂ ਉਸ ਵੇਲੇ ਦੀਆਂ ਗੱਲਾਂ ਨਹੀਂ ਕਰ ਰਿਹਾ, ਮੈਂ ਅੱਜ ਤੁਹਾਡੇ ਨਾਲ ਇਸ ਵੇਲੇ ਦੀਆਂ ਗੱਲਾਂ ਕਰ ਰਿਹਾ। ਜਦੋਂ ਅਸੀਂ ਪ੍ਰਭੂ 'ਤੇ ਵਿਸ਼ਵਾਸ ਕੀਤਾ ਤਾਂ ਤੁਸੀਂ ਗਿਣਤੀ ਕਰ ਸਕਦੇ ਹਾਂ ਕਿ ਥੋੜ੍ਹੇ ਹੀ ਸਾਲਾਂ ਵਿੱਚ ਉਹਨੇ ਹਨੇਰੇ ਤੋਂ ਚਾਨਣ 'ਚ ਕਿੰਨੇ ਲੋਕ ਲੈ ਕੇ ਆਂਦੇ, ਕਿੰਨਿਆਂ ਨੂੰ ਉਸਨੇ ਬਲੈਸ ਕੀਤਾ। ਕਿਉਂਕਿ ਇਹ ਉਸਦੇ ਵਾਅਦੇ ਆ ਜੋ ਯਕੂਬ ਨੂੰ ਯਾਦ ਸੀ, ਔਰ ਯਕੂਬ ਜਿਹੜਾ ਸੀ ਪਰਮੇਸ਼ਵਰ ਨੂੰ ਯਾਦ ਕਰਾ ਰਿਹਾ ਉਹ ਵਾਅਦੇ, ਔਰ ਉਹ ਕਹਿ ਰਿਹਾ ਕਿ ਇਹਨਾਂ ਵਾਅਦਿਆਂ ਨੂੰ ਪੂਰਾ ਕਰ ਪਰਮੇਸ਼ਵਰ। ਸੋ ਤੀਸਰਾ ਵਾਅਦਾ ਅਸੀਂ ਦੇਖਦੇ ਹਾਂ, ਕੀਪ ਯੂ ਵੇਅਰ ਐਵਰ ਯੂ ਗੋ, ਮੈਂ ਤੇਰੇ ਸੰਗ ਹਾਂ ਜਿੱਥੇ ਵੀ ਤੂੰ ਜਾਵੇਂਗਾ। ਅਸੀਂ ਅੱਜ ਕਿਹੜਾ ਭਜਨ ਗਾਇਆ? ਯਿਸੂ ਮੇਰੇ ਨਾਲ ਨਾਲ ਰਹਿੰਦਾ ਹੈ, ਡਰੀ ਨਾ ਉਹ ਬਸ ਮੈਨੂੰ ਕਹਿੰਦਾ ਹੈ। ਪ੍ਰਭੂ ਨੇ ਕਿੱਥੇ ਵਾਅਦਾ ਕੀਤਾ? ਯਿਸੂ ਮਸੀਹ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਕਿ ਯੁਗਾਂ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਨੂੰ ਕਦੇ ਵੀ ਨਹੀਂ ਛੱਡਾਂਗਾ। ਰਾਈਟ? ਤੇ ਇਹੀ ਵਾਅਦਾ ਜਿਹੜਾ ਸੀ ਪ੍ਰਭੂ ਨੇ ਯਕੂਬ ਦੇ ਨਾਲ ਕੀਤਾ ਕਿ ਮੈਂ ਤੇਰੇ ਸੰਗ ਹਾਂ ਜਿੱਥੇ ਵੀ ਤੂੰ ਜਾਵੇਂਗਾ। ਜਿੱਥੇ ਪ੍ਰਭੂ ਨਾਲ ਜਾਊਗਾ ਉੱਥੇ ਕੀ ਹੋਊਗਾ? ਬਰਕਤ ਹੋਊਗੀ। ਅਬਰਾਹਮ ਦੇ ਨਾਲ ਪ੍ਰਭੂ ਸੀ, ਠੀਕ ਆ, ਤੇ ਲੂਤ ਜਿਹੜਾ ਸੀਗਾ ਉਹ ਚੰਗੀ ਜਗ੍ਹਾ ਦੇਖ ਕੇ ਗਿਆ, ਪਰ ਕੀ ਉੱਥੇ ਬਰਕਤ ਮਿਲੀ? ਸਦੂਮ ਤੇ ਗਮੋਰਾ ਨਾਸ਼ ਹੋ ਗਏ। ਸੋ ਜ਼ਰੂਰਤ ਕੀ ਹੈਗੀ ਆ? ਪ੍ਰਭੂ ਨਾਲ ਹੋਵੇ। ਜਿੱਥੇ ਪ੍ਰਭੂ ਆ ਉੱਥੇ ਬਰਕਤ ਆ, ਜਿੱਥੇ ਪ੍ਰਭੂ ਆ ਉੱਥੇ ਸਭ ਕੁਛ ਆ। ਜਿਸ ਦੇ ਕੋਲੇ ਰਾਜਿਆਂ ਦਾ ਰਾਜਾ, ਉਸ ਦੇ ਕੋਲੇ ਕਿਸ ਚੀਜ਼ ਦੀ ਕਮੀ ਆ? ਸੋ ਯਕੂਬ ਨੂੰ ਪ੍ਰਭੂ ਨੇ ਬਹੁਤਾਤ ਦੇ ਵਿੱਚ ਬਲੈਸ ਕੀਤਾ। ਜੈਨਸਿਸ ਚੈਪਟਰ 30 ਉਤਪਤ ਉਸ ਦਾ 30ਵਾਂ ਭਾਵ ਉਸ ਦੀ 26 ਤੋਂ ਲੈ ਕੇ 30 ਆਇਤ ਮੇਰੇ ਨਾਲ ਵਚਨ ਦੇ ਵਿੱਚੋਂ ਦੇਖੋ। ਜੈਨਸਿਸ ਚੈਪਟਰ 30 verse 26 to 30। ਪੇਜ 43। ਹੁਣ ਤੂੰ ਮੈਨੂੰ ਆਪਣੀਆਂ ਪਤਨੀਆਂ ਅਤੇ ਸੰਤਾਨ ਸਮੇਤ ਜਾਣ ਦੇ। ਯਕੂਬ ਆਪਣੇ ਮਾਮੇ ਨੂੰ ਕਹਿ ਰਿਹਾ, ਲਬਾਨ ਨੂੰ, ਕਿਉਂਕਿ ਉਹਨਾਂ ਲਈ ਹੀ ਮੈਂ ਤੇਰੀ ਸੇਵਾ ਕੀਤੀ ਹੈ। ਤੂੰ ਆਪ ਹੀ ਮੇਰੀ ਸੇਵਾ ਦੇ ਕੰਮ ਨੂੰ ਜਾਣਦਾ ਹੈ। ਲਬਾਨ ਨੇ ਕਿਹਾ, ਜੋ ਅਸੀਸ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਹ ਤੇਰੇ ਕਾਰਨ ਦਿੱਤੀ ਹੈ। ਯਕੂਬ ਨੂੰ ਕਹਿ ਰਿਹਾ ਕਿ ਜੋ ਅਸੀਸ ਪ੍ਰਭੂ ਨੇ ਮੈਨੂੰ ਦਿੱਤੀ ਆ ਉਹ ਤੇਰੇ ਕਾਰਨ ਦਿੱਤੀ ਹੈ, ਇਸ ਗੱਲ ਦਾ ਮੈਨੂੰ ਪਤਾ ਹੈ। ਸੋ ਤੂੰ ਮੈਨੂੰ ਆਪ ਹੀ ਦੱਸ, ਮੈਂ ਤੈਨੂੰ ਤੇਰੀ ਸੇਵਾ ਦੇ ਬਦਲੇ ਕੀ ਦੇਵਾਂ? ਯਕੂਬ ਨੇ ਉਸ ਨੂੰ ਕਿਹਾ, ਤੁਸੀਂ ਆਪ ਜਾਣਦੇ ਹੋ ਕਿ ਮੈਂ ਤੁਹਾਡੀ ਸੇਵਾ ਕਿਸ ਤਰ੍ਹਾਂ ਕੀਤੀ ਹੈ ਅਤੇ ਤੁਹਾਡੇ ਪਸ਼ੂ ਕਿਸ ਤਰ੍ਹਾਂ ਵਧੇ ਫੁੱਲੇ ਹਨ।
ਜਦੋਂ ਮੈਂ ਆਇਆ ਸਾਂ ਤਾਂ ਤੁਹਾਡੇ ਕੋਲ ਬਹੁਤ ਥੋੜ੍ਹਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ। ਮੈਂ ਤੁਹਾਡੇ ਲਈ ਜਿੱਥੇ ਵੀ ਗਿਆ ਪ੍ਰਭੂ ਨੇ ਅਸੀਸ ਹੀ ਦਿੱਤੀ, ਪਰ ਹੁਣ ਮੇਰੇ ਆਪਣੇ ਟੱਬਰ ਦੇ ਲਈ ਵੀ ਕਰਤੱਵ ਹੈ। ਯਾਕੂਬ ਕੀ ਕਹਿ ਰਿਹਾ? ਲਬਾਨ ਕੀ ਕਹਿ ਰਿਹਾ? ਕੌਣ ਅਸੀਸ ਦੇ ਰਿਹਾ ਯਾਕੂਬ ਨੂੰ? ਲਬਾਨ ਨੂੰ ਕੌਣ ਬਲੈਸ ਕਰ ਰਿਹਾ? ਪਰਮੇਸ਼ਵਰ। ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ, ਮੈਂ ਤੇਰੇ ਸੰਗ ਹੋਵਾਂਗਾ, ਜਿੱਥੇ ਵੀ ਤੂੰ ਜਾਵੇਂਗਾ ਮੈਂ ਤੇਰੇ ਸੰਗ ਹੋਵਾਂਗਾ, ਹੈ ਨਾ। ਅਤੇ ਜਦੋਂ ਕੋਈ ਤੁਹਾਡੇ ਸੰਗ ਹੁੰਦਾ ਅਤੇ ਤੁਹਾਡੇ ਨਾਲ ਕੋਈ ਧੋਖਾ ਕਰਦਾ, ਤੁਹਾਨੂੰ ਸ਼ਾਇਦ ਨਾ ਦਿਖਾਈ ਦੇਵੇ, ਪਰ ਪਰਮੇਸ਼ਵਰ ਨੂੰ ਉਹ ਦਿਖਾਈ ਦਿੰਦਾ। ਨਿਆਂ ਦੇ ਲਈ ਪਰਮੇਸ਼ਵਰ ਉੱਥੇ ਬੈਠਾ ਹੁੰਦਾ। ਲਬਾਨ ਨੇ ਵੀ ਇਸ ਦੇ ਨਾਲ ਧੋਖਾ ਕੀਤਾ। ਇਸ ਦੀ 35 ਆਇਤ ਵਿੱਚ ਦੇਖੋ, 34-35। ਲਬਾਨ ਨੇ ਉੱਤਰ ਦਿੱਤਾ, ਠੀਕ ਹੈ, ਤੂੰ ਜਿਸ ਤਰ੍ਹਾਂ ਕਿਹਾ ਉਸੇ ਤਰ੍ਹਾਂ ਅਸੀਂ ਮੰਨਦੇ ਹਾਂ। ਪਰ ਉਸਨੇ ਉਸੇ ਦਿਨ ਆਪਣੇ ਇੱਜੜ ਦੇ ਸਭ ਚਿਤਕਬਰੇ ਅਤੇ ਡੱਬੇ, ਚਿੱਟੇ ਅਤੇ ਕਾਲੇ ਬੱਕਰੇ ਅਤੇ ਭੇਡਾਂ ਨੂੰ ਕੱਢ ਕੇ ਆਪਣੇ ਪੁੱਤਰਾਂ ਦੇ ਹਵਾਲੇ ਕੀਤੇ। ਜਿਹੜੇ ਜਾਨਵਰ ਦੇਣ ਦਾ ਵਾਅਦਾ ਕੀਤਾ ਸੀਗਾ, ਉਹ ਉਸਨੇ ਯਾਕੂਬ ਤੋਂ ਪਾਸੇ ਹੋ ਕੇ ਆਪਣੇ ਪੁੱਤਰਾਂ ਦੇ ਹਵਾਲੇ ਕਰ ਦਿੱਤੇ ਕਿ ਵੀ ਹੁਣ ਜਿਹੜਾ ਯਾਕੂਬ ਨੂੰ ਕੁਛ ਨਹੀਂ ਮਿਲੂਗਾ। ਪਰ ਪਰਮੇਸ਼ਵਰ ਜਿਹੜਾ ਦੇਖਦਾ ਪਿਆ, ਪਰਮੇਸ਼ਵਰ ਜਿਸ ਤੋਂ ਕੁਛ ਵੀ ਲੁਕਿਆ ਨਹੀਂ, ਹੈ ਨਾ। ਅਤੇ 31 ਆਇਤ, 31ਵੇਂ ਚੈਪਟਰ ਦੇ ਵਿੱਚ ਦੇਖੋ, ਵਰਸ 4 ਦੇ ਵਿੱਚ, ਯਾਕੂਬ ਨੇ ਰਖੇਲ ਅਤੇ ਲੀਆ ਨੂੰ ਬਾਹਰ ਮੈਦਾਨ ਵਿੱਚ, ਜਿੱਥੇ ਉਸਦਾ ਇੱਜੜ ਸੀ, ਸੱਦਿਆ ਅਤੇ ਕਿਹਾ, ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਪਿਤਾ ਸਾਹਮਣੇ ਮੇਰਾ ਪਹਿਲੇ ਵਾਲਾ ਆਦਰ ਨਹੀਂ ਰਿਹਾ, ਪਰ ਮੇਰੇ ਪੁਰਖਿਆਂ ਦਾ ਪਰਮੇਸ਼ਵਰ ਕੀ ਲਿਖਿਆ? ਮੇਰੇ ਸੰਗ ਰਿਹਾ ਹੈ। ਤੁਸੀਂ ਇਹ ਵੀ ਜਾਣਦੀਆਂ ਹੋ ਕਿ ਮੈਂ ਆਪਣੀ ਪੂਰੀ ਸ਼ਕਤੀ ਨਾਲ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਪਰ ਫਿਰ ਵੀ ਤੁਹਾਡੇ ਪਿਤਾ ਨੇ ਕੀ ਕੀਤਾ? ਮੈਨੂੰ ਧੋਖਾ ਦਿੱਤਾ। ਕੋਈ 10 ਵਾਰ ਮੇਰੀ ਮਿਹਨਤ ਬਦਲੀ, ਪਰ ਪਰਮੇਸ਼ਵਰ ਨੇ ਉਸ ਦੇ ਹੱਥੋਂ ਮੇਰਾ ਬੁਰਾ ਨਾ ਹੋਣ ਦਿੱਤਾ। ਉਹ ਕਰਦਾ ਪਿਆ, ਪਰ ਕਹਿੰਦਾ ਪਰਮੇਸ਼ਵਰ ਨੇ ਉਸ ਦੇ ਹੱਥੋਂ ਮੇਰਾ ਬੁਰਾ ਨਾ ਹੋਣ ਦਿੱਤਾ। ਜੇਕਰ ਉਸਨੇ ਕਿਹਾ ਚਿੱਤ ਕਬਰੇ ਲੇਲੇ ਤੇਰੇ ਹੋਣਗੇ, ਤਾਂ ਇੱਜੜ ਨੇ ਚਿੱਤ ਕਬਰਿਆਂ ਨੂੰ ਹੀ ਜਨਮਿਆ। ਪਰ ਜੇ ਉਸਨੇ ਕਿਹਾ ਡੱਬੇ ਤੇਰੇ ਹੋਣਗੇ, ਤਾਂ ਇੱਜੜ ਨੇ ਡੱਬਿਆਂ ਨੂੰ ਹੀ ਜਨਮਿਆ। ਇਸ ਤਰ੍ਹਾਂ ਪਰਮੇਸ਼ਵਰ ਨੇ ਤੁਹਾਡੇ ਪਿਤਾ ਦਾ ਮਾਲ ਡੰਗਰ ਲੈ ਕੇ ਮੈਨੂੰ ਦੇ ਦਿੱਤਾ। ਇੱਜੜ ਦੇ ਵੱਗ ਵਿੱਚ ਆਉਣ ਸਮੇਂ ਮੈਂ ਇੱਕ ਸੁਪਨਾ ਦੇਖਿਆ ਕਿ ਜੋ ਬੱਕਰੇ ਬੱਕਰੀਆਂ ਨਾਲ ਸੰਗ ਕਰ ਰਹੇ ਹਨ, ਉਹ ਸਭ ਚਿਤਕਬਰੇ, ਡੱਬੇ ਅਤੇ ਧਾਰੀਦਾਰ ਹਨ। ਤਦ ਪ੍ਰਭੂ ਨੇ ਆਪਣੇ ਸਵਰਗਦੂਤ ਦੇ ਰਾਹੀਂ ਸੁਪਨੇ ਵਿੱਚ ਹੀ ਮੈਨੂੰ ਕਿਹਾ, ਯਾਕੂਬ। ਮੈਂ ਉੱਤਰ ਦਿੱਤਾ, ਹਾਂ ਪ੍ਰਭੂ ਜੀ। ਉਸਨੇ ਕਿਹਾ, ਸਭ ਬੱਕਰੇ ਜੋ ਬੱਕਰੀਆਂ ਨਾਲ ਸੰਗ ਕਰ ਰਹੇ ਹਨ, ਚਿਤਕਬਰੇ, ਡੱਬੇ ਅਤੇ ਧਾਰੀਦਾਰ ਹਨ। ਜੋ ਲਬਾਨ ਨੇ ਤੇਰੇ ਨਾਲ ਕੀਤਾ ਹੈ, ਮੈਂ ਸਭ ਦੇਖਿਆ ਹੈ। ਮੈਂ ਉਹ ਪਰਮੇਸ਼ਵਰ ਹਾਂ ਜੋ ਤੈਨੂੰ ਬੈਤਲਹੇਮ ਦੀ ਥਾਂ 'ਤੇ ਮਿਲਿਆ ਸਾਂ, ਅਤੇ ਜਿੱਥੇ ਮੇਰੇ ਨਾਲ ਪ੍ਰਤਿੱਗਿਆ ਕਰਦੇ ਸਮੇਂ ਤੂੰ ਇੱਕ ਪੱਥਰ ਅਰਪਿਤ ਕੀਤਾ ਸੀ। ਤੂੰ ਹੁਣ ਆਪਣੇ ਜਨਮ ਸਥਾਨ ਨੂੰ ਮੁੜ ਜਾ। ਕੈਨ ਯੂ ਸੀ ਕਿ ਯਾਕੂਬ ਕੀ ਲੈ ਕੇ ਗਿਆ ਸੀ? ਆਪਣੇ ਭਰਾ ਤੋਂ ਨੱਠਦਾ ਹੋਇਆ ਇੱਕ ਸੋਟੀ ਨਾਲ ਲੈ ਕੇ ਗਿਆ, ਔਰ ਪਰਮੇਸ਼ਵਰ ਨੇ ਲੱਖ ਕਿਸੇ ਨੇ ਉਹਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ, ਮੈਂ ਤੇਰੇ ਸੰਗ ਹੋਵਾਂਗਾ। ਉਹਨੂੰ ਲਬਾਨ ਨੂੰ ਕਹਿੰਦਾ, ਜੋ ਕੁਛ ਤੂੰ ਉਹਦੇ ਨਾਲ ਕੀਤਾ ਮੈਂ ਦੇਖਿਆ। ਸੋ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਜਿਹੜਾ ਆਪਣੇ ਲੋਕਾਂ ਨੂੰ ਨਾ ਸਿਰਫ ਜਿੱਦਾਂ ਉਹ ਕਹਿੰਦਾ ਮੈਂ ਤੇਰੇ ਸੰਗ ਹੋਵਾਂਗਾ, ਪਰ ਉਹ ਗਾਈਡ ਵੀ ਕਰਦਾ, ਉਸਨੂੰ ਗਾਈਡ ਕਰ ਰਿਹਾ ਕਿ ਤੂੰ ਹੁਣ ਆਪਣੇ ਵਾਪਸ ਘਰ ਨੂੰ ਜਾਣ ਦਾ ਸਮਾਂ ਆ ਗਿਆ। ਇੱਕ ਸਮਾਂ ਸੀ ਕਿ ਉਸਨੇ ਘੱਲਿਆ ਉਸਨੂੰ, ਹੁਣ ਪਰਮੇਸ਼ਵਰ ਉਸਨੂੰ ਕਹਿ ਰਿਹਾ ਕਿ ਤੂੰ ਵਾਪਸ ਜਿਹੜਾ ਹੈਗਾ ਤੂੰ ਜਾ ਸਕਦਾ। ਸੋ ਚੌਥਾ ਜਿਹੜਾ ਅਸੀਂ ਦੇਖਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਪ੍ਰੋਮਿਸ ਉਸਨੇ ਕਿਹਾ ਸੀਗਾ ਕਿ ਆਈ ਵਿਲ ਬ੍ਰਿੰਗ ਯੂ ਅਗੇਨ ਟੂ ਦੀ ਲੈਂਡ। ਮੈਂ ਤੈਨੂੰ ਇਸ ਧਰਤੀ 'ਤੇ ਕੀ ਕਰਾਂਗਾ? ਵਾਪਸ ਲੈ ਕੇ ਆਵਾਂਗਾ। ਰਾਈਟ। ਅਸੀਂ ਦੇਖਿਆ ਇਸ ਚੈਪਟਰ ਦੇ ਵਿੱਚ ਵੀ,
ਔਰ ਅਗਰ ਅਸੀਂ 35ਵਾਂ ਚੈਪਟਰ ਦੇਖਦੇ ਹਾਂ ਜੈਨਸਿਸ ਦਾ, ਤੇ ਉਸਦੀ ਪਹਿਲੀ ਆਇਤ ਦੇਖਦੇ ਹਾਂ, ਜੈਨਸਿਸ ਚੈਪਟਰ 35 ਵਰਸ 1। ਪਰਮੇਸ਼ਵਰ ਨੇ ਯਾਕੂਬ ਨੂੰ ਕਿਹਾ, ਤੂੰ ਉੱਠ ਕੇ ਬੈਤਲਹੇਲ ਨੂੰ ਜਾ ਅਤੇ ਉੱਥੇ ਰਹਿ। ਉੱਥੇ ਤੂੰ ਆਪਣੇ ਉਸ ਪਰਮੇਸ਼ਵਰ ਲਈ ਵੇਦੀ ਬਣਾਉਣਾ ਜਿਸ ਨੇ ਤੈਨੂੰ ਉਸ ਸਮੇਂ ਦਰਸ਼ਨ ਦਿੱਤੇ ਸਨ, ਜਦੋਂ ਤੂੰ ਆਪਣੇ ਭਰਾ ਅਸਾਉ ਤੋਂ ਡਰਦਾ ਫਰਾਰ ਹੋ ਗਿਆ ਸੀ। ਸੋ ਹੁਣ ਪਰਮੇਸ਼ਵਰ ਉਸ ਨੂੰ ਕੀ ਕਹਿ ਰਿਹਾ ਕਿ ਜਿਸ ਤਰ੍ਹਾਂ ਮੈਂ ਤੈਨੂੰ ਇੱਥੇ ਲੈ ਕੇ ਆਇਆ, ਤੈਨੂੰ ਬਲੈਸ ਕੀਤਾ, ਹੁਣ ਤੂੰ ਕੀ ਕਰ, ਵਾਪਸ ਬੈਤਲਹੇਲ ਨੂੰ ਜਾ। ਰਾਈਟ। ਔਰ ਇਸ ਦੇ ਮਨ ਦੇ ਵਿੱਚ ਬੜਾ ਡਰ ਹੈਗਾ ਕਿ ਮੇਰਾ ਭਰਾ ਜਦੋਂ ਮੈਂ ਜਾਊਂਗਾ, ਉਹ ਤੋਂ ਮੈਂ ਡਰਦਾ ਭੱਜਿਆ ਸੀ, ਉਹ ਮੇਰੇ ਨਾਲ ਇਹ ਕਰੂਗਾ। ਪਰ ਪਰਮੇਸ਼ਵਰ ਨੇ ਇਸ ਦੇ ਭਰਾ ਦਾ ਮਨ ਵੀ ਨਮਰ ਕੀਤਾ, ਪਰਮੇਸ਼ਵਰ ਨੇ ਇਸ ਦੇ ਰਾਹਾਂ ਨੂੰ ਵੀ ਖੋਲ੍ਹਿਆ, ਔਰ ਪਰਮੇਸ਼ਵਰ ਨੇ ਇਸ ਨੂੰ ਬਹੁਤ ਸਾਰੀਆਂ ਬਲੈਸਿੰਗ ਦੇ ਨਾਲ ਉੱਥੋਂ ਵਾਪਸ ਵੀ ਘੱਲਿਆ ਔਰ ਲੈ ਕੇ ਆਇਆ ਵਾਪਸ। ਔਰ ਅਸੀਂ ਦੇਖਦੇ ਹਾਂ ਫਿਰ ਪਰਮੇਸ਼ਵਰ ਨੇ ਕਿਹਾ ਕਿ ਆਈ ਵਿਲ ਨਾਟ ਲੀਵ ਯੂ ਅੰਟਿਲ ਆਈ ਹੈਵ ਫੁਲਫਿਲਡ ਮਾਈ ਓਬਲੀਗੇਸ਼ਨ ਟੂ ਯੂ। ਕੰਟੀਨਿਊ ਪ੍ਰਭੂ ਕਹਿੰਦਾ ਕਿ ਜਦ ਤੱਕ ਮੈਂ ਜਿਹੜਾ ਤੈਨੂੰ ਵਾਅਦਾ ਕੀਤਾ ਪੂਰਾ ਨਹੀਂ ਕਰੂੰਗਾ, ਮੈਂ ਤੈਨੂੰ ਛੱਡਾਂਗਾ ਨਹੀਂ, ਮੈਂ ਤੇਰੇ ਨਾਲ ਰਹੂੰਗਾ, ਹੈ ਨਾ। ਅਤੇ ਫਿਰ ਜਿਹੜਾ ਸੀਗਾ ਪਰਮੇਸ਼ਵਰ ਨੇ ਇਸ ਨੂੰ 46ਵੇਂ ਚੈਪਟਰ ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਵਰਸ 46 ਦੇ ਵਿੱਚ, ਚੌਥੀ ਆਇਤ ਵਿੱਚ 2 ਤੋਂ ਲੈ ਕੇ 4 ਆਇਤ ਅਸੀਂ ਪੜ੍ਹਦੇ ਹਾਂ, ਪੇਜ 71। ਤਦ ਪਰਮੇਸ਼ਵਰ ਨੇ ਯਾਕੂਬ ਨੂੰ ਰਾਤ ਦੇ ਵੇਲੇ ਦਰਸ਼ਨ ਦੇ ਕੇ ਕਿਹਾ, ਯਾਕੂਬ ਯਾਕੂਬ। ਉਸਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਵਰ ਨੇ ਉਸ ਨੂੰ ਕਿਹਾ, ਮੈਂ ਪਰਮੇਸ਼ਵਰ ਹਾਂ, ਅਰਥਾਤ ਤੇਰੇ ਪਿਤਾ ਦਾ ਪਰਮੇਸ਼ਵਰ। ਤੂੰ ਮਿਸਰ ਵਿੱਚ ਜਾਣ ਤੋਂ ਨਾ ਡਰ, ਮੈਂ ਉੱਥੋਂ ਆਪਣੇ ਤੇਰੇ ਵੰਸ਼ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ, ਮੈਂ ਤੇਰੇ ਨਾਲ ਉੱਥੇ ਜਾਵਾਂਗਾ। ਰਿਮੈਂਬਰ ਮੂਸਾ ਜਦੋਂ ਕਹਿੰਦਾ ਸੀ, ਪ੍ਰਭੂ ਜੀ ਜੇ ਤੂੰ ਸਾਡੇ ਸੰਗ ਨਹੀਂ ਜਾਣਾ, ਅਸੀਂ ਨਹੀਂ ਤੇਰੇ ਨਾਲ, ਅਸੀਂ ਨਹੀਂ ਜਾਣਾ। ਪ੍ਰਭੂ ਯਾਕੂਬ ਨੂੰ ਕਹਿ ਰਿਹਾ, ਮੈਂ ਤੇਰੇ ਸੰਗ ਤੇਰੇ ਨਾਲ ਉੱਥੇ ਜਾਵਾਂਗਾ ਅਤੇ ਤੇਰੀ ਸੰਤਾਨ ਨੂੰ ਫਿਰ ਵਾਪਸ ਇੱਥੇ ਮੋੜ ਲਿਆਵਾਂਗਾ। ਯੂਸਫ ਤੇਰੇ ਮਰਨ ਸਮੇਂ ਤੇਰੇ ਕੋਲ ਹੋਵੇਗਾ। ਕੈਨ ਯੂ ਸੀ ਹਿਜ਼ ਗਾਈਡੈਂਸ ਕਿ ਕਿਹੜਾ ਸਮਾਂ ਉਹਨੇ ਉੱਥੇ ਜਾਣਾ, ਕਦੋਂ ਵਾਪਸ ਆਉਣਾ, ਕਦੋਂ ਮਿਸਰ ਦੇ ਵਿੱਚ ਜਾਣਾ, ਕਦੋਂ ਮਿਸਰ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਬਲੈਸ ਕਰਨਾ। ਅਸੀਂ ਦੇਖਿਆ ਕਿ 70 ਲੋਕਾਂ ਤੋਂ 6 ਲੱਖ ਲੋਕ ਬਣਾ ਕੇ ਪ੍ਰਭੂ ਉਹਨਾਂ ਨੂੰ ਉੱਥੋਂ ਲੈ ਕੇ ਆਇਆ। ਪਤਾ ਇਹਦੇ ਵਿੱਚ ਅਸੀਂ ਇੱਕ ਵੱਡਾ ਭੇਤ ਦੇਖਦੇ ਹਾਂ। ਜਿਸ ਵੇਲੇ ਅਸੀਂ ਦੇਖਦੇ ਹਾਂ ਕਿ 2 ਭਰਾ ਜਿਹੜੇ ਸੀ, ਮਾਂ ਦੇ ਨਾਲ ਵਾਅਦਾ ਕੀਤਾ ਕਿ ਤੇਰੀ ਕੁੱਖ ਦੇ ਵਿੱਚ 2 ਕੌਮਾਂ, ਜਿਹੜੀ ਇੱਕ ਕੌਮ ਦੂਜੀ ਦੇ ਵਿਰੁੱਧ ਹੋਊਗੀ, ਪਰ ਵੱਡਾ ਛੋਟੇ ਦੀ ਸੇਵਾ ਕਰੇਗਾ। ਵੱਡਾ ਲੀਗਲੀ ਕੀ ਸੀਗਾ, ਬਲੈਸਿੰਗ ਕਿਹਨੂੰ ਜਾਣੀ ਸੀ, ਵੱਡੇ ਨੂੰ। ਪਰ ਵੱਡੇ ਨੇ ਬਲੈਸਿੰਗ ਨੂੰ ਕੀ ਕੀਤਾ, ਥੋੜ੍ਹੇ ਜਿਹੇ ਕਦਰ ਨਹੀਂ ਕੀਤੀ, ਥੋੜ੍ਹੇ ਜਿਹੇ ਭੋਜਨ ਦੇ ਲਈ ਉਸਨੇ ਉਸ ਬਲੈਸਿੰਗ ਨੂੰ ਛੱਡ ਦਿੱਤਾ। ਜਦ ਕਿ ਯਾਕੂਬ ਦੀ ਅੱਖ ਪਹਿਲੇ ਦਿਨ ਤੋਂ ਹੀ ਬਲੈਸਿੰਗ ਦੇ ਉੱਪਰ ਲੱਗੀ ਹੋਈ ਸੀ। ਰਿਮੈਂਬਰ ਜਦੋਂ ਵਾਪਸ ਆ ਰਿਹਾ ਸੀ ਤਾਂ ਪਰਮੇਸ਼ਵਰ ਦੇ ਨਾਲ ਉਸਨੇ ਘੋਲ ਕੀਤਾ ਔਰ ਉਸਨੇ ਕੀ ਮੰਗਿਆ, ਪਰਮੇਸ਼ਵਰ ਨੂੰ ਉਸਨੇ ਜਾਣ ਨਹੀਂ ਦਿੱਤਾ। ਕਹਿੰਦਾ ਜਦ ਤੱਕ ਤੂੰ ਮੈਨੂੰ ਬਲੈਸਿੰਗ ਨਹੀਂ ਦਿੰਦਾ। ਕੌਣ ਸੀ ਯਾਕੂਬ, ਧੋਖੇਬਾਜ਼। ਜੋ ਉਸਨੇ ਕੀਤਾ ਸੀਗਾ, ਧੋਖਾ ਕੀਤਾ ਸੀ। ਔਰ ਪ੍ਰਭੂ ਨੇ ਧੋਖੇਬਾਜ਼ ਨੂੰ ਕੀ ਬਣਾ ਦਿੱਤਾ, ਉਸਦਾ ਨਾਮ ਯਾਕੂਬ ਤੋਂ ਬਦਲ ਕੇ ਕੀ ਰੱਖ ਦਿੱਤਾ, ਇਜ਼ਰਾਈਲ ਰੱਖ ਦਿੱਤਾ। ਕੌਮਾਂ ਦਾ ਪਿਤਾ ਬਣਾ ਦਿੱਤਾ ਉਸਨੂੰ। ਬਲੈਸਿੰਗ ਤੋਂ ਬਲੈਸਿੰਗ ਦੇ ਦਿੱਤੀ। ਯਾਕੂਬ ਦਾ ਜਿਹੜਾ ਬਦਲਣਾ ਜ਼ਰੂਰੀ ਸੀਗਾ, ਰਾਈਟ। ਯਾਕੂਬ ਇੱਕ ਨਵਾਂ ਇਨਸਾਨ ਬਣ ਗਿਆ, ਨਵਾਂ ਨਾਮ ਮਿਲ ਗਿਆ, ਨਵਾਂ ਦਿਲ ਮਿਲ ਗਿਆ ਔਰ ਨਵਾਂ ਸੁਭਾਅ ਮਿਲ ਗਿਆ। ਹੁਣ ਉਹ ਯਾਕੂਬ ਧੋਖੇਬਾਜ਼ ਨਹੀਂ ਰਿਹਾ। ਪ੍ਰਭੂ ਨੇ ਇੱਕ ਧੋਖੇਬਾਜ਼ ਦੇ ਉੱਪਰ ਕਿਰਪਾ ਕੀਤੀ। ਵਚਨ ਦੇ ਵਿੱਚ ਲਿਖਿਆ, ਜਦੋਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਏ।
ਸਾਡੇ ਪਾਪੀਆਂ ਤੇ ਪ੍ਰਭੂ ਨੇ ਕਿਰਪਾ ਕੀਤੀ। ਅਗਰ ਤੁਸੀਂ ਰੋਮਨ ਦਾ 11ਵਾਂ ਚੈਪਟਰ ਪੜ੍ਹੋਗੇ ਤੁਸੀਂ ਦੇਖੋਗੇ ਕਿ ਪਰਮੇਸ਼ਵਰ ਦੀ ਚੁਣੀ ਹੋਈ ਕੌਮ ਜਿਹੜੀ ਇਜ਼ਰਾਈਲ ਕੌਮ ਸੀ, ਉਸਨੇ ਪਰਮੇਸ਼ਵਰ ਦਾ ਇਨਕਾਰ ਕਰ ਦਿੱਤਾ। ਅਗਰ ਤੁਸੀਂ ਈਸੋ ਨੂੰ ਦੇਖੋਗੇ, ਈਸੋ ਨੇ ਜਿਹੜੀ ਬਲੈਸਿੰਗ ਸੀ ਉਸ ਦਾ ਇਨਕਾਰ ਕਰ ਦਿੱਤਾ, ਤੇ ਬਦਲੇ 'ਚ ਕੀ ਮਿਲਿਆ? ਯਾਕੂਬ ਜਿਹੜਾ ਸੀਗਾ ਉਹ ਆ ਗਿਆ ਔਰ ਉਹ ਬਲੈਸਿੰਗ ਲੈ ਗਿਆ। ਇਸੇ ਤਰ੍ਹਾਂ ਪਰਮੇਸ਼ਵਰ ਦੀ ਚੁਣੀ ਹੋਈ ਕੌਮ ਇਜ਼ਰਾਈਲ ਕੌਮ ਤੋਂ ਜਿਹੜੇ ਅਸੀਂ ਗੈਰ ਕੌਮਾਂ ਦੇ ਲੋਕ ਸੀ, ਪ੍ਰਭੂ ਨੇ ਉਸ ਨਾਲ ਵਾਅਦਾ ਕੀਤਾ ਸੀਗਾ ਕਿ ਤੇਰੇ ਦੁਆਰਾ ਧਰਤੀ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ। ਔਰ ਸੰਤ ਪੌਲ ਬਹੁਤ ਸੋਹਣੇ ਤਰੀਕੇ ਨਾਲ ਰੋਮਨ 11 'ਚ ਐਕਸਪਲੇਨ ਕਰਦੇ ਪਏ ਆ ਕਿ ਉਹਨਾਂ ਦੀ ਇਨਕਾਰ ਕਰਨ ਦੇ ਨਾਲ ਇੰਨੀ ਬਲੈਸਿੰਗ ਆਈ ਆ, ਜਦੋਂ ਉਹ ਵਾਪਸ ਪ੍ਰਭੂ ਵੱਲ ਮੁੜਨਗੇ ਤਾਂ ਫਿਰ ਕਿੰਨੀ ਬਲੈਸਿੰਗ ਆਊਗੀ। ਇਹ ਨਹੀਂ ਕਿ ਉਹ ਵਾਪਸ ਨਹੀਂ ਆਊਗੀ ਕੌਮ, ਉਹ ਵਾਪਸ ਆਊਗੀ, ਪਰ ਉਹ ਕਹਿੰਦੇ ਕਿ ਉਸ ਕੌਮ ਦਾ ਮਨ ਸਖਤ ਕਿਉਂ ਹੋਇਆ ਕਿ ਜਿਹੜੇ ਅਸੀਂ ਗੈਰ ਕੌਮਾਂ ਸੀ ਸਾਡੇ ਤੇ ਪ੍ਰਭੂ ਰਹਿਮ ਕਰ ਸਕੇ। ਮੈਂ ਸੋਚਦਾ ਸੀ ਕਿ ਏਸਾਓ ਦਾ ਮਨ ਇੱਦਾਂ ਕਿਉਂ ਆ, ਤੇ ਜਦੋਂ ਦੇਖਿਆ ਕਿ ਏਸਾਓ ਦਾ ਮਨ ਸਖਤ ਹੋਣਾ ਯਾਕੂਬ ਦੇ ਲਈ ਇੱਕ ਰਾਸਤਾ ਖੁੱਲ੍ਹਣ ਦਾ ਕਾਰਨ ਬਣਿਆ। ਔਰ ਇਸੇ ਤਰ੍ਹਾਂ ਪਰਮੇਸ਼ਵਰ ਦਾ ਸਾਡੇ ਉੱਪਰ ਜਿਹੜਾ ਬਰਕਤ ਦਾ ਕਾਰਨ ਬਣਿਆ। ਸੋ ਅਸੀਂ ਯਾਕੂਬ ਦੀ ਜ਼ਿੰਦਗੀ ਤੋਂ ਕੀ ਸਿੱਖਦੇ ਹਾਂ? ਵਾਟ ਡੂ ਵੀ ਲਰਨ ਫਰੋਮ ਜੇਕਬ? ਵਾਟ ਡੂ ਵੀ ਲਰਨ ਫਰੋਮ ਈਸੋ? ਹਮੇਸ਼ਾ ਪਰਮੇਸ਼ਵਰ ਦੀ ਬਲੈਸਿੰਗ ਦੀ ਖੋਜ ਕਰੋ, ਹਮੇਸ਼ਾ ਉਸਦੇ ਵਾਅਦਿਆਂ ਦੀ ਕਦਰ ਕਰੋ, ਉਸਦੀ ਕਿਰਪਾ ਨੂੰ ਤੁੱਛ ਨਾ ਜਾਣੋ। ਜੋ ਬਲੈਸਿੰਗ ਉਸਨੇ ਦਿੱਤੀ ਆ, ਇਮੈਜਿਨ ਕਰਕੇ ਦੇਖੋ ਸਾਨੂੰ ਉਸਨੇ ਕੀ ਤੋਂ ਕੀ ਬਣਾ ਦਿੱਤਾ। ਅਗਰ ਅੱਜ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ, ਤਾਂ ਅਸੀਂ ਜਾਣੀਏ ਕਿ ਇਸ ਦੇ ਲਈ ਉਸਨੇ ਵੱਡੀ ਕੀਮਤ ਅਦਾ ਕੀਤੀ ਆ, ਔਰ ਅਸੀਂ ਕਦੇ ਉਸਦੀ ਕਿਰਪਾ ਨੂੰ ਐਵੇਂ ਅਜਾਈ ਨਾ ਲਈਏ, ਬਲਕਿ ਅਸੀਂ ਐਪਰੀਸ਼ੀਏਟ ਕਰੀਏ, ਸਾਡੇ ਮਨ ਹਰ ਸਮੇਂ ਸ਼ੁਕਰਗੁਜ਼ਾਰ ਹੋਣ। ਅਸੀਂ ਉਸਦੇ ਵਾਅਦੇ ਦੇਖੀਏ, ਉਸਦੇ ਵਾਅਦਿਆਂ 'ਤੇ ਯਾਕੂਬ ਦੀ ਤਰ੍ਹਾਂ ਪ੍ਰੋਮਿਸ ਕਰੀਏ ਕਿ ਸਾਡਾ ਪਰਮੇਸ਼ਵਰ ਜਿਹੜਾ ਵਾਅਦੇ ਕਰਨ ਵਾਲਾ ਪਰਮੇਸ਼ਵਰ ਹੈਗਾ। ਏਸਾਓ ਤੋਂ ਵਾਰਨਿੰਗ ਕੀ ਮਿਲਦੀ ਆ? ਮੇਰੇ ਨਾਲ ਅਬਰਾਨੀਆਂ ਹੀਬਰੂ ਚੈਪਟਰ 12 ਵਰਸ 15 to 17 ਦੇਖੋ। ਅਬਰਾਨੀਆਂ ਦੀ ਪੱਤਰੀ ਉਸਦਾ 12ਵਾਂ ਭਾਵ, ਉਸਦੀ 15 ਤੋਂ ਲੈ ਕੇ 17 ਆਇਤ ਵਚਨ ਦੇ ਵਿੱਚੋਂ। ਧਿਆਨ ਰੱਖੋ ਕਿ ਕੋਈ ਮਨੁੱਖ ਵੀ ਪਰਮੇਸ਼ਵਰ ਦੀ ਕਿਰਪਾ ਤੋਂ ਦੂਰ ਨਾ ਰਹਿ ਜਾਵੇ, ਅਤੇ ਨਾ ਹੀ ਕੋਈ ਕੌੜੀ ਜੜ ਫੁੱਟ ਪਵੇ, ਜਿਸ ਕਾਰਨ ਉਹ ਹਰ ਇੱਕ ਦੇ ਲਈ ਦੁੱਖ ਅਤੇ ਗੰਦਗੀ ਦਾ ਕਾਰਨ ਬਣ ਜਾਵੇ। ਇਸ 'ਤੇ ਧਿਆਨ ਰੱਖੋ ਕਿ ਨਾ ਕੋਈ ਏਸਾਓ ਦੀ ਤਰ੍ਹਾਂ ਵਿਭਚਾਰੀ ਅਤੇ ਸੰਸਾਰਕ ਬਣ ਜਾਵੇ, ਜਿਸ ਨੇ ਕੇਵਲ ਭੋਜਨ ਦੇ ਲਈ ਆਪਣੇ ਜਿੱਠੇ ਹੋਣ ਦਾ ਹੱਕ ਵੇਚ ਦਿੱਤਾ। ਤੁਸੀਂ ਜਾਣਦੇ ਹੋ ਕਿ ਪਿੱਛੇ ਉਸਨੇ ਆਪਣੇ ਪਿਤਾ ਕੋਲੋਂ ਅਸੀਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰੱਦ ਦਿੱਤਾ ਗਿਆ। ਇੱਥੋਂ ਤੱਕ ਉਸਨੇ ਅਥਰੂ ਵੀ ਬਹਾਏ, ਪਰ ਕਿਸੇ ਵੀ ਤਰ੍ਹਾਂ ਆਪਣੀ ਗਲਤੀ ਦਾ ਸੁਧਾਰ ਨਾ ਕਰ ਸਕਿਆ। ਸੋ ਤੁਸੀਂ ਦੇਖਿਆ ਵਚਨ ਦੇ ਵਿੱਚ ਉਹ ਕਹਿੰਦੇ ਕੋਈ ਵੀ ਮਨੁੱਖ ਪਰਮੇਸ਼ਵਰ ਦੀ ਕਿਰਪਾ ਤੋਂ ਦੂਰ ਨਾ ਰਹਿ ਜਾਵੇ। ਧਿਆਨ ਰੱਖੋ, ਅਸੀਂ ਕਿਹਦੇ ਵਰਗਾ ਬਣਨਾ? ਯਾਕੂਬ ਵਰਗੇ ਬਣਨਾ। ਅਸੀਂ ਪਰਮੇਸ਼ਵਰ ਦੀ ਬਲੈਸਿੰਗ ਜਿਹੜੀ ਦਿੱਤੀ ਆ ਉਸਦੀ ਵੈਲਿਊ ਸਮਝਣੀ ਆ ਕਿ ਉਸਨੇ ਤੁਹਾਨੂੰ ਆਪਣੇ ਬੇਟੇ ਬੇਟੀਆਂ ਬਣਾ ਕੇ ਅਧਿਕਾਰ ਦੇ ਦਿੱਤਾ। ਪ੍ਰਭੂ ਕਹਿੰਦਾ ਜਾਓ, ਜਾ ਕੇ ਦੂਜਿਆਂ ਦੇ ਸਿਰ 'ਤੇ ਹੱਥ ਰੱਖੋਗੇ ਤਾਂ ਉਹ ਚੰਗੇ ਹੋ ਜਾਣਗੇ। ਜਿਸ ਨੂੰ ਤੁਸੀਂ ਬਲੈਸ ਕਰੋਗੇ ਉਹ ਬਲੈਸ ਹੋ ਜਾਣਗੇ। ਜਿਸ ਦੇ ਪਾਪ ਤੁਸੀਂ ਮਾਫ ਕਰੋਗੇ ਉਸਦੇ ਪਾਪ ਮਾਫ ਹੋ ਜਾਣਗੇ। ਵਾਟ ਏ ਬਲੈਸਿੰਗ। ਔਰ ਕਦੇ ਕਦੇ ਅਸੀਂ ਉਹ ਦੁਨਿਆਵੀ ਬਲੈਸਿੰਗ ਦੇ ਪਿੱਛੇ ਨੱਠ ਤੁਰਦੇ ਹਾਂ। ਯਾਕੂਬ ਦੀ ਨਜ਼ਰ ਵੀ ਦੁਨਿਆਵੀ ਬਲੈਸਿੰਗ ਦੇ ਉੱਪਰ ਨਹੀਂ ਲੱਗੀ ਹੋਈ ਸੀ। ਪ੍ਰਭੂ ਨੇ ਦੁਨਿਆਵੀ ਤੌਰ 'ਤੇ ਵੀ ਬਲੈਸ ਕੀਤਾ, ਪਰ ਵੰਸ਼ਾਵਲੀ ਦੇ ਵਿੱਚ ਦੇਖੋ ਕਿੱਥੇ ਹੋਣਾ ਸੀ? ਇਬਰਾਹਿਮ, ਇਸਹਾਕ ਅਤੇ ਏਸਾਓ ਦਾ ਪਿਤਾ। ਵੰਸ਼ਾਵਲੀ ਵਿੱਚ ਕੀ ਆਇਆ? ਇਬਰਾਹਿਮ, ਇਸਹਾਕ ਅਤੇ ਯਾਕੂਬ ਦਾ ਪਿਤਾ। ਇਸ ਤਰ੍ਹਾਂ ਪ੍ਰਭੂ ਆਪਣੇ ਬੱਚਿਆਂ ਨੂੰ ਚੁਣ ਕੇ ਆਪਣੇ ਲਾਗੇ ਆਉਣ ਦਿੰਦਾ।
ਪਰਮੇਸ਼ਵਰ ਦੀ ਕਿਰਪਾ ਦੀ ਅਸੀਂ ਇੱਜ਼ਤ ਕਰੀਏ। ਸਾਡਾ ਹੱਕ ਨਹੀਂ ਸੀ, ਅਸੀਂ ਇਸ ਨੂੰ ਆਪਣੀ ਤਾਕਤ ਨਾਲ ਨਹੀਂ ਕਮਾ ਸਕੇ, ਇਹ ਉਸਨੇ ਰਹਿਮ ਕੀਤਾ, ਹੈ ਨਾ। ਅਗਰ ਤੁਸੀਂ ਰੋਮਨ ਚੈਪਟਰ 9 ਵਰਸ 10 to 15 ਦੇਖੋਗੇ, ਤੁਹਾਨੂੰ ਪਤਾ ਲੱਗੂਗਾ ਕਿ ਇਹ ਸਾਰੀ ਈਸਾ ਅਤੇ ਯਕੂਬ ਦੀ ਜਿਹੜੀ ਸਟੋਰੀ ਆ, ਰੋਮਨ ਚੈਪਟਰ 9 ਦੇ ਵਿੱਚ ਕੀ ਇਸ ਦੇ ਬਾਰੇ ਦੱਸਿਆ। ਰੋਮਨ ਚੈਪਟਰ 9 ਵਰਸ 10 to 15। ਇੰਨਾ ਹੀ ਨਹੀਂ, ਰਿਕਬਾ ਦੇ ਦੋਹਾਂ ਪੁੱਤਰਾਂ ਦਾ ਇੱਕੋ ਪਿਤਾ ਸੀ, ਅਰਥਾਤ ਸਾਡਾ ਪੁਰਖਾ ਇਸਹਾਕ। ਫਿਰ ਅਜੇ ਉਹ ਦੋਵੇਂ ਬੱਚੇ ਪੈਦਾ ਵੀ ਨਹੀਂ ਹੋਏ ਸਨ ਅਤੇ ਨਾ ਹੀ ਉਹਨਾਂ ਕੋਈ ਬੁਰਾ ਜਾਂ ਭਲਾ ਕੰਮ ਕੀਤਾ ਸੀ, ਪਰ ਫਿਰ ਵੀ ਪਰਮੇਸ਼ਵਰ ਦੀ ਚੋਣ ਦੇ ਸਿਧਾਂਤ ਦਾ ਉਦੇਸ਼ ਪੂਰਾ ਹੋਵੇ, ਜੋ ਕਰਮਾਂ ਦੇ ਆਧਾਰਿਤ 'ਤੇ ਨਹੀਂ ਸਗੋਂ ਪਰਮੇਸ਼ਵਰ ਦੇ ਸੱਦੇ 'ਤੇ ਹੈ। ਪਰਮੇਸ਼ਵਰ ਨੇ ਰਿਕਬਾ ਨੂੰ ਕਿਹਾ, ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ। ਧਰਮ ਗ੍ਰੰਥ ਇਸ ਬਾਰੇ ਇਹ ਕਹਿੰਦਾ ਹੈ, ਮੈਂ ਯਕੂਬ ਨੂੰ ਤਾਂ ਪਿਆਰ ਕੀਤਾ ਪਰ ਈਸਾਊ ਨਾਲ ਘਿਰਨਾ। ਇਸ ਤੋਂ ਅਸੀਂ ਕੀ ਸਮਝੀਏ? ਕੀ ਪਰਮੇਸ਼ਵਰ ਅਨਿਆਈ ਹੈ? ਨਹੀਂ, ਬਿਲਕੁਲ ਨਹੀਂ, ਕਿਉਂਕਿ ਉਸਨੇ ਮੂਸਾ ਨੂੰ ਕਿਹਾ, ਜਿਸ 'ਤੇ ਮੈਂ ਕਿਰਪਾ ਕਰਨਾ ਚਾਹਾਂ ਉਸ 'ਤੇ ਕਿਰਪਾ ਕਰਾਂਗਾ, ਜਿਸ 'ਤੇ ਦਇਆ ਕਰਨੀ ਚਾਹਾਂ ਉਸ 'ਤੇ ਦਇਆ ਕਰਾਂਗਾ। ਹਾਲੇਲੂਇਆ। ਪਰਮੇਸ਼ਵਰ ਕਹਿੰਦਾ, ਜਿਸ 'ਤੇ ਮੈਂ ਕਿਰਪਾ ਕਰਨੀ ਚਾਹਾਂ ਉਸ 'ਤੇ ਕਿਰਪਾ ਕਰਾਂਗਾ, ਜਿਸ 'ਤੇ ਮੈਂ ਦਇਆ ਕਰਨੀ ਚਾਹਾਂ ਉਸ 'ਤੇ ਦਇਆ ਕਰਾਂਗਾ। ਰਿਮੈਂਬਰ, ਪ੍ਰਭੂ ਨੇ ਅੰਗੂਰੀ ਬਾਗ ਦੇ ਕਾਮਿਆਂ ਲਈ ਲੋਕਾਂ ਨੂੰ ਬੁਲਾਇਆ, ਜਾ ਕੇ ਕਾਮੇ ਲੈ ਕੇ ਆਇਆ, ਉਹਨਾਂ ਨੇ ਕੰਮ ਕੀਤਾ। ਜਦੋਂ ਉਹਨਾਂ ਨੂੰ ਵੇਜਸ ਦੇਣ ਦਾ ਸਮਾਂ ਆਇਆ ਤਾਂ ਜਿਹੜੇ ਪਹਿਲੇ ਸੀ ਉਹ ਬੜਬੜਾਉਣ ਲੱਗ ਗਏ ਕਿ ਵੀ ਇਹਨਾਂ ਨੂੰ ਅਸੀਂ ਸੁਬਾਹ ਦੇ ਕਰਦੇ ਪਏ ਹਾਂ, ਤੁਸੀਂ ਇਹਨਾਂ ਨੂੰ ਵੀ ਓਨੀ ਮਜ਼ਦੂਰੀ ਦੇ ਰਹੇ ਆ। ਅਤੇ ਪ੍ਰਭੂ ਨੇ ਕੀ ਕਿਹਾ ਕਿ ਮੈਂ ਤੁਹਾਡੇ ਨਾਲ ਜਿੰਨੀ ਕੀਤੀ ਸੀ ਤੁਹਾਨੂੰ ਦਿੱਤੀ, ਹੁਣ ਮੈਂ ਜਿਸ ਨੂੰ ਜਿੰਨੀ ਦੇਣੀ ਚਾਹਾਂ ਮੈਂ ਦੇ ਸਕਦਾ। ਕਿਰਪਾ ਸਾਡੇ 'ਤੇ ਹੋਈ, ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਹੋਰ ਆ ਉਹਨਾਂ 'ਤੇ ਪ੍ਰਭੂ ਕਿਰਪਾ ਨਾ ਕਰੇ, ਸਗੋਂ ਸਾਡੇ 'ਤੇ ਜਿੰਨੀ ਕਿਰਪਾ ਹੋਈ ਆ ਪ੍ਰਭੂ ਦੂਸਰਿਆਂ 'ਤੇ ਉਸ ਤੋਂ ਵੱਧ ਕੇ ਕਰੇ, ਔਰ ਅਸੀਂ ਉਸ ਤੋਂ ਖੁਸ਼ ਹੋਈਏ ਕਿ ਪ੍ਰਭੂ ਦੀ ਕਿਰਪਾ ਨਾ ਸਿਰਫ ਸਾਡੇ 'ਤੇ ਬਲਕਿ ਸਭ 'ਤੇ ਇਸੇ ਤਰ੍ਹਾਂ ਹੋਵੇ। ਔਰ ਹਰ ਕੋਈ, ਜਿਸ ਤਰ੍ਹਾਂ ਯਕੂਬ ਨੇ ਪ੍ਰਭੂ 'ਤੇ ਭਰੋਸਾ ਕੀਤਾ, ਉਸ ਦੇ ਵਾਅਦਿਆਂ 'ਤੇ ਭਰੋਸਾ ਕੀਤਾ, ਹਰ ਕੋਈ ਕਹਿ ਸਕੇ, ਯਸ਼ੂ ਮੇਰੇ ਨਾਲ ਨਾਲ ਰਹਿੰਦਾ ਹੈ, ਡਰੀ ਨਾ ਉਹ ਬਸ ਮੈਨੂੰ ਕਹਿੰਦਾ ਹੈ। ਖੁਦ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਘਟੀ ਨਹੀਂ ਆਉਣ ਦਿੱਤੀ, ਔਰ ਅਸੀਂ ਇਹ ਵੀ ਜਾਣਦੇ ਹਾਂ ਜੋ ਅੱਜ ਕਮੀਆਂ ਦੇ ਵਿੱਚ ਹੈਗੇ ਆ ਉਹ ਵੀ ਜਦੋਂ ਯਿਸੂ ਦੇ ਕੋਲ ਆ ਗਏ ਉਹਨਾਂ ਨੂੰ ਵੀ ਕਿਸੇ ਚੀਜ਼ ਦੀ ਕਮੀ ਤੇ ਘਟੀ ਨਹੀਂ ਆਊਗੀ। ਆਓ ਦੁਆ ਕਰੀਏ ਕਿ ਖੁਦਾਵੰਦ ਸਭ ਨੂੰ ਸਾਡੀ ਤਰ੍ਹਾਂ ਆਸ਼ੀਸ਼ ਬਰਕਤ ਦੇਵੇ, ਔਰ ਇਸੇ ਤਰ੍ਹਾਂ ਹਰ ਕੋਈ ਪਰਮੇਸ਼ਵਰ ਦੇ ਵਾਅਦਿਆਂ ਨੂੰ ਆਪਣੇ ਜੀਵਨ 'ਚ ਪੂਰਿਆਂ ਹੁੰਦਿਆਂ ਦੇਖੇ। ਪਿਆਰੇ ਖੁਦਾਵੰਦ, ਅਸੀਂ ਸ਼ੁਕਰ ਕਰਦੇ, ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਖੁਦਾਵੰਦ, ਸੱਚਮੁੱਚ ਸਾਡੇ ਵਿੱਚ ਕੋਈ ਭਲਾਈ ਨਹੀਂ ਸੀ, ਇਹ ਤੁਸੀਂ ਹੋ ਜਿਨ੍ਹਾਂ ਨੇ ਸਾਨੂੰ ਬਲੈਸ ਕੀਤਾ, ਸਾਡੇ ਗੁਨਾਹਾਂ ਨੂੰ ਮਾਫ ਕੀਤਾ, ਸਾਨੂੰ ਲੱਖਾਂ ਕਰੋੜਾਂ 'ਚੋਂ ਚੁਣਿਆ ਅਤੇ ਆਪਣੇ ਬਣਾਇਆ। ਪ੍ਰਭੂ ਜੀ, ਹੋਣ ਦੇ ਕਿ ਤੇਰੀ ਦਿੱਤੀ ਬਲੈਸਿੰਗ ਨੂੰ ਅਸੀਂ ਐਵੇਂ ਤੁੱਛ ਨਾ ਜਾਣੀਏ, ਬਲਕਿ ਖੁਦਾਵੰਦ ਅਸੀਂ ਇਸ ਦੀ ਇੱਜ਼ਤ ਕਰੀਏ, ਔਰ ਖੁਦਾਵੰਦ ਤੇਰੇ ਹੁਕਮਾਂ 'ਤੇ, ਤੇਰੇ ਵਾਅਦਿਆਂ 'ਤੇ ਭਰੋਸਾ ਕਰੀਏ। ਪ੍ਰਭੂ ਜੀ, ਕਦੇ ਸਾਡੇ ਮਨਾਂ ਵਿੱਚ ਕਿਸੇ ਚੀਜ਼ ਦਾ ਡਾਊਟ ਨਾ ਆਵੇ। ਖੁਦਾਵੰਦ, ਜਿਸ ਦੇ ਕੋਲੇ ਤੂੰ ਆ ਉਸ ਦੇ ਕੋਲੇ ਸਭ ਕੁਛ ਆ। ਰਾਜਿਆਂ ਦੇ ਰਾਜਿਆਂ ਦੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਘਟੀ ਨਹੀਂ। ਪ੍ਰਭੂ ਜੀ, ਤੂੰ ਆਪਣੇ ਬੱਚਿਆਂ ਨੂੰ ਇੰਨਾ ਬਲੈਸ ਕੀਤਾ ਕਿ ਸਾਡੇ ਹੱਥ ਕਿਸੇ ਦੇ ਅੱਗੇ ਨਹੀਂ ਜਾਂਦੇ, ਬਲਕਿ ਦੇਣ ਵਾਲੇ ਬਣਾ ਦਿੰਦਾ। ਤਾਂ ਪ੍ਰਭੂ, ਇਸੇ ਤਰ੍ਹਾਂ ਤੇਰੀ ਆਸ਼ੀਸ਼, ਤੇਰੀ ਬਰਕਤ ਸਾਡੇ ਉੱਪਰ ਬਣੀ ਰਵੇ। ਔਰ ਖੁਦਾਵੰਦ, ਜਿਸ ਤਰ੍ਹਾਂ ਤੂੰ ਵਚਨ ਦੇ ਵਿੱਚ ਲਿਖਿਆ ਕਿ ਤੂੰ ਯਕੂਬ ਨੂੰ ਪਿਆਰ ਕੀਤਾ, ਇਸੇ ਤਰ੍ਹਾਂ ਪ੍ਰਭੂ ਜੀ ਤੂੰ ਸਾਨੂੰ ਵੀ ਪਿਆਰ ਕਰੇ। ਖੁਦਾਵੰਦ, ਸਾਡੇ ਕੰਨ ਇਹ ਸੁਣ ਸਕਣ ਕਿ ਇਹ ਮੇਰੇ ਪਿਆਰੇ ਬੱਚੇ ਆ ਜਿਨ੍ਹਾਂ ਤੋਂ ਮੈਂ ਖੁਸ਼ ਹਾਂ। ਖੁਦਾਵੰਦ, ਸਾਡੇ ਜੀਵਨ ਦੇ ਵਿੱਚ ਤੇਰੇ ਨਾਮ ਨੂੰ ਮਹਿਮਾ ਤੇ ਜਲਾਲ ਮਿਲੇ। ਅਸੀਂ ਗਾਈਏ, ਖੁਦਾਵੰਦ, ਮੇਰੇ ਜੀਵਨ ਮੇਂ ਯਿਸੂ ਤੇਰਾ ਨਾਮ ਜਲਾਲ ਪਾਤਾ ਰਹੇ, ਮੇਰਾ ਉੱਠਣਾ ਬੈਠਣਾ ਚੱਲਣਾ ਤੁਝੇ ਭਾਤਾ ਰਹੇ। ਖੁਦਾਵੰਦ, ਸਾਨੂੰ ਪ੍ਰਭੂ ਜੀ ਐਸੇ ਬਣਾ ਦੇ ਜਿਸ ਤਰ੍ਹਾਂ ਤੂੰ ਯਕੂਬ ਨੂੰ ਅੰਦਰੋਂ ਬਦਲ ਦਿੱਤਾ, ਸਾਨੂੰ ਵੀ ਐਸੇ ਬਣਾ ਦੇ ਕਿ ਖੁਦਾਵੰਦ ਤੂੰ ਵੀ ਖੁਸ਼ ਹੋਵੇਂ ਔਰ ਅਸੀਂ ਦੂਸਰਿਆਂ ਲਈ ਵੀ ਬਰਕਤ ਦਾ ਕਾਰਨ ਬਣੀਏ।
ਯਿਸੂ ਮਸੀਹ ਦੇ ਮਿੱਠੇ ਤੇ ਪਿਆਰੇ ਨਾਮ 'ਚ ਮੰਗਦੇ ਹਾਂ, ਸਾਡੀ ਦੁਆ ਨੂੰ ਸੁਣੋ ਤੇ ਕਬੂਲ ਕਰੋ। ਆਮੀਨ, ਆਮੀਨ। Oh, good job. हाँ जी, भूल गए। All right, thank you so much, Pastor Ji, for beautiful message. याकूब दा खुदा साडा खुदा है। ज़बूर 46 लिखी है ना, लश्करों का खुदाबंद, याकूब का खुदाबंद हमारा खुदा है, और तेरा शुक्र करते हैं खुदाबंद से, और हुण असीं तेरी बरकत नाल जाना चाहते हैं खुदा दे तो। May the Lord bless you, may the Lord keep you, may the Lord turn his face toward you and be gracious unto you and give you his peace. In the name of the Father and of the Son and of the Holy Spirit. Amen.